मीर सलीम के साथ वो मैं देख रहा था, तो उसमें से ना एक बात जहन में आई, मैं आगे ज़िया भाई को सुना रहा था। उसमें वो कहता है जी मिर्ज़ा साहब को जो मिशन दिया गया था ना, तो वो मेरे जहन में आ गया। मैंने कहा उसे तो एक ही मिशन दिया गया था जो वो सारी ज़िंदगी उसे पूरा करते गुजर गई उसकी। वो दिन में 100 दफ़ा टट्टी और मूतर जो है ना, वो इसी मिशन के लिए आया था वो। हाँ जी हाँ जी। सर जी ये ना एक लड़की थी और वो नंगी बैठ के नहाती हुई मिर्ज़ा गुलाम कादियानी के कमरे से पकड़ी गई। अब ये कहते हैं जी उसको तो पता ही नहीं चला कि वो लड़की कहती है इसको कौन सा नज़र आता है, मतलब लड़की कहती है ना नजर इसको कौन सा नज़र आता है। जब पकड़े गए हैं ऊपर तो कोई ना कोई बहाना तो लगाना ही होता है ना जी कि इसने देखा ही नहीं है, मैं तो खुद ही नहा रही थी इधर बैठ, इसने देखा भी देखा नहीं है तो सुना भी नहीं था, उसने आवाज़ भी नहीं, पानी की आवाज़ भी नहीं आई। तो सर जी ये क्या चक्कर है? ਸਾਰੀਆਂ ਗੱਲਾਂ ਛੱਡੋ, ਤੁਸੀਂ ਇਹ ਕਹੋ ਕਿ ਇਹ ਵਾਕਿਆ ਮੁਫਤੀ ਸਾਦਕ ਤੱਕ ਕਿੰਜ ਪਹੁੰਚੇ। ਚਲੋ ਇਹ ਤੁਹਾਡੇ ਆਸ ਵੀ ਇਨਾਮ ਜੇ। लो जी ये भी ਇਹ बात काबिल ਵਾਕਿਆ गौर की बात ਕਿੰਜ कि ਆਇਆ सादक ਜਨਾਬ? ਇਹ ਵਾਕਿਆ गौर ਜਨਾਬ ਖੁਦ ਮਿਰਜ਼ਾ ਜੀ ਨੇ ਸੁਣਾਇਆ ਜੇ ਮੁਫਤੀ ਸਾਦਕ ਨੂੰ ਕਿ ਅੱਜ ਇੰਜ ਦੀ ਕਾਰਵਾਈ ਪਈ ਹੈ ਜੀ। ਤੇ ਇਹ ਸਿਰਫ ਡਰਾਮੇਬਾਜ਼ੀ ਉਹ ਸਭ ਨਜ਼ਾਰੇ ਕਰ ਰਿਹਾ ਸੀ। ਹਾਂਜੀ ਤੇ ਅਸਲ 'ਚ ਉਹ ਜਿਹੜੀ ਕੁੜੀ ਸੀ ਉਹ ਤੇ ਉਹ ਜਨਾਬ ਆਪਣਾ ਮਿਰਜ਼ਾ ਕਾਦੀਆਨੀ ਸਾਹਮਣੇ ਕਰਕੇ ਨਹਾ ਰਹੀ ਸੀ ਨਾ, ਤੇ ਇਹ ਨਾਲੇ ਲਿਖੀ ਵੀ ਜਾ ਰਿਹਾ ਸੀ, ਨਾਲੇ ਇੰਝ ਕਰਕੇ ਨਾ ਜਿੰਨੀ ਕੋ ਅੱਖ ਉਹਦੇ ਕੋਲ ਚੁੱਕੀ ਜਾਂਦੀ ਸੀ ਤੇ ਚੁੱਕ ਚੁੱਕ ਕੇ ਵਹਿੰਦਾ ਸੀ ਪਿਆ। ਤੇ ਉਹਨੇ ਬੜੀ ਕੋਸ਼ਿਸ਼ ਕੀਤੀ ਹੈ ਕਿ ਇਹ ਸਾਰਾ ਵਾਕਿਆ ਫਿਰ ਉਹਨੇ ਸੁਣਾਇਆ ਜੀ ਉਹਨੂੰ। ਆਹ ਹੁਣ ਇੱਕ ਰੌਲਾ ਹੋਰ ਵੀ ਹੈ ਇਹਦੇ। ਕੱਲ ਵੈਸੇ ਮੈਂ ਉਹਨੂੰ ਪੁੱਛਦਾ ਸਾਂ ਪਿਆ, ਉਹ ਯਲਾਸ਼ ਵਾਲਾ ਜਿਹੜਾ ਹੈ ਅੱਲਾ ਵਾਲਾ ਦੀ ਆਈਡੀ ਤੋਂ ਵਾਸੇ ਕਾਦੀਆਨੀ ਮੁਰੱਬੀ, ਉਹਨੂੰ ਵੀ ਪੁੱਛਦਾ ਸਾਂ ਪਿਆ। ਮੈਂ ਕਿਹਾ ਯਾਰ ਦੱਸੋ ਤੇ ਸਹੀ ਇਹਦੀ ਨਸਲ ਅੱਗੇ ਟੁਰੀ ਵੀ ਹੈ ਕਿ ਨਹੀਂ? ਤੇ ਮੈਨੂੰ ਪਤਾ ਚੱਲਿਆ ਕਿ ਜਿਹੜਾ ਵੇ ਕੀ ਇਹਦਾ ਨਾਂ ਹੈ ਮੀਰ ਸਲੀਮ ਹੈ ਜਿਹੜਾ, ਉਹ ਇਹਦੀ ਔਲਾਦ ਚੋਂ ਹੀ ਹੈ। ਇਹ ਜਿਹੜੀ ਨਹਾਉਂਦੀ ਨੰਗੀ ਨਹਾਉਂਦੀ ਸੀ? ਆਹੋ ਆਹੋ ਇਹ ਖਬਰਾਂ ਜੇ ਜਨਾਬ ਚੱਲ ਰਹੀਆਂ ਨੇ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ। ਵਾਹ ਜੀ ਵਾਹ ਕੀ ਬਾਤ ਹੈ। ਹਾਂਜੀ ਇਹ ਭਾਈ ਜੀ ਇਹ ਬੜੇ ਹਿਸਾਬ ਕਿਤਾਬ ਰਹੇ ਜੇ। ਤੇ ਉਹ ਕੇਲੇ ਲੈਣ ਵਾਲੀ ਜਿਹੜੀ ਸੀ ਉਹ ਬਰਕਤ ਬੀਬੀ ਰੰਡੀ, ਉਹ ਜਿਹਨੇ ਵਾਈ ਬਰਨਮ ਦੇ 10 ਕਤਰੇ ਵੀ ਪਵਾਏ ਸਨ, ਤੇ ਉਹਦੀ ਔਲਾਦ ਵੀ ਲੱਭ ਗਈ ਹੈ। ਉਹ ਕਿਹੜੀ ਹੈ ਜੀ? ਉਹਦੀ ਔਲਾਦ ਵੀ ਲੱਭ ਗਈ ਹੈ ਜਨਾਬ। ਵਾਹ ਜੀ ਵੈਸੇ ਇਹ ਵੀ ਇੱਕ ਇਨਾਮ ਹੈ शायद जी वो ज़्यादा नहीं किधरे। ਆਹੋ ਉਹ ਜੱਜ ਹੈ ਤੇ ਉਹਦਾ ਉਹਨੇ ਸਬੂਤ ਜਿਹੜਾ ਉਹਦਾ ਕੋਈ ਦੋਤਰਾ ਪੜਪੋਤਰਾ ਹੈ ਉਹ ਜਿਹੜੀ ਨੰਗੀ ਉਹੀ ਦੋਤਰਾ ਪੜਪੋਤਰਾ ਕੋਈ ਨਸਲ ਦੇ ਵਿੱਚੋਂ ਟੁਰਦਾ ਨਾ ਪਿਆ। ਤੇ ਉਹ ਇਹਦੇ ਤੇ ਬੜੇ ਖੁਸ਼ ਹੁੰਦੇ ਨੇ। ਇਹ ਤੇ ਮੈਂ ਗੱਲ ਕਰ ਛੜੀ ਨਾ, ਮੈਂ ਉਹਦੇ ਲਾਈਵ ਮੁਨਾਜ਼ਰੇ 3 ਮੁਨਾਜ਼ਰੇ ਅਪਲੋਡ ਹੋ ਚੁੱਕੇ ਨੇ, ਤੇ ਉਹ ਕਿਸੇ ਇੱਕ ਦੇ ਵਿੱਚ ਸੁਣੋਗੇ ਤੇ ਪਤਾ ਚੱਲ ਜਾਏਗਾ। ਮੈਂ ਤੇ ਕਰ ਛੜੀ, ਉਹਨੇ ਉਹਦਾ ਜਵਾਬ ਹੀ ਨਹੀਂ ਦਿੱਤਾ। ਉਹ ਮੈਂ ਕਿਹਾ ਦੱਸ ਤੇ ਸਹੀ ਨਾ, ਤੁਸੀਂ ਪੁੱਤਰ ਅਸਲ 'ਚ ਕਹਾਣੀ ਹੋ, ਤੁਸੀਂ ਜਵਾਬ ਤਾਂ ਨਹੀਂ ਦੇਣਾ ਇਹਦਾ। ਹਾਂ ਤੁਹਾਨੂੰ ਪਤਾ ਹੈ ਕਿ ਸਾਰੀਆਂ ਗੱਲਾਂ ਸੱਚੀਆਂ ਨੇ। ਬਕਾਇਆ ਤੂੰ ਮੇਰੇ ਪੁਆਇੰਟ ਲਿਖਣਾ ਹੈ ਇੱਕ ਪੁਆਇੰਟ, ਇਹ ਵੀ ਤੇ ਦੱਸ ਨਾ, ਇਹ ਵੀ ਤੇ ਪੁਆਇੰਟ ਹੀ ਹੈ ਨਾ। ਆਹੋ ਇਹ ਤਾਂ ਬੜਾ ਵੱਡਾ ਪੁਆਇੰਟ ਸਰ ਜੀ। ਆਹੋ ਮਿਰਜ਼ੇ ਦੀ ਨਸਲ ਦਾ ਤਾਂ ਪਤਾ ਨਹੀਂ ਲੱਗਿਆ ਇਹਨਾਂ ਨੂੰ, ਅੱਜ ਅਸੀਂ ਲੱਭ ਲਈ ਤੁਹਾਡੀ ਨਸਲ। ਆਹੋ ਤੇ ਇਹਨੇ ਚੰਗਾ ਕੰਮ ਫੜਿਆ ਜੀ ਜ਼ਿਆ ਰਸੂਲ। ਹਾਂਜੀ ਉਹ ਕਰਦੇ ਐ ਨਹੀਂ, ਸਾਨੂੰ ਆਪਣੀ ਤਰਫ ਟੋਰਦੇ ਨੇ ਨਾ। ਇਹ ਸਾਨੂੰ ਸਮਝਦੇ ਨੇ ਕਾਕਾ। ਹਾਂਜੀ ਕਿ ਜਿੱਧਰ ਇਹਨਾਂ ਨੂੰ ਕੰਨੂ ਫੜ ਕੇ ਚਲਾਵਾਂਗੇ ਤੇ ਇਹਨਾਂ ਨੇ ਟੁਰ ਪੈਣਾ। ਤੇ ਇਹ 3 ਵਾਰੀ ਇੰਝ ਹੋਇਆ ਕਿ ਮੌਜੂ ਇਹਦਾ ਪਹਿਲੇ ਛਿੜਿਆ ਸੀ ਇੱਕ, ਉਤੋਂ ਜਾ ਕੇ ਮੈਂ ਛਾਪਾ ਮਾਰ ਦਿੱਤਾ। ਸਲੀਮ ਮੀਰ? ਆਹੋ
ਅੱਛਾ ਇੱਕ ਤੇ ਉਹ ਆਇਆ ਨਾ ਮੌਜੂ ਨਸलें हैं मेरी बेशुमार, ਉਹ ਇੱਕ ਮੌਜੂ ਆਇਆ ਹੀ ਕੀ ਇਹਦਾ ਨਾਂ ਹੈ ਕਿਹੜੇ ਮੌਜੂ ਨੇ ਯਾਰ ਆਸਫ, 3 ਮੌਜੂ ਨੇ ਹੁਣ ਮੈਨੂੰ ਖੁਦ ਵੀ ਭੁੱਲ ਗਏ। ਇੱਕ ਦਜਾਲ, ਹਾਂ ਦਜਾਲ ਤੋਂ ਮੁਰਾਦ ਹੈ ਪਾਦਰੀ। ਤੇ ਸਵਾਲ ਕੀਤਾ ਨਾ ਇੱਕ ਬੰਦੇ ਨੇ ਆ ਕੇ ਤੇ ਆਂਦਾ ਦਜਾਲ ਤੋਂ ਮੁਰਾਦ ਤੇ ਪਾਦਰੀ ਨੇ। ਉਹਨੇ ਕਿਹਾ ਕਿ ਦਜਾਲ ਤੋਂ ਮੁਰਾਦ ਕੀ ਹੈ, ਤੇ ਇਹ ਦੱਸਦਾ ਸੀ ਪਿਆ ਆਂਦਾ ਦਜਾਲ ਤੋਂ ਮੁਰਾਦ ਨੇ ਪਾਦਰੀ। ਮੈਂ ਛਾਪਾ ਫੋਰੀ ਮਾਰ ਦਿੱਤਾ ਤੇ ਇਹਨੇ ਬੜਾ ਮੈਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਇੱਧਰ ਉੱਧਰ। ਨਹੀਂ 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 ਖਤਮੇ ਨਬੂਵਤ ਤੇ ਗੱਲ ਕਰ, ਅਸਲ ਮੌਜੂ ਸਾਡਾ ਉਹ। ਮੈਂ ਕਿਹਾ ਕਿਉਂ, ਉਹ ਪਹਿਲੇ ਉਹਨੂੰ ਤੇ ਨਿਬੇੜ ਤੂੰ। ਆਂਦਾ ਨਹੀਂ ਤੂੰ ਸਵਾਲ ਕੀਤਾ ਸੀ ਮੈਂ ਜਵਾਬ ਦੇ। ਮੈਂ ਕਿਹਾ ਕਿੱਥੇ ਜਵਾਬ ਦਿੱਤਾ ਜੀ, ਮਿਰਜ਼ੇ ਕਾਦੀਆਨੀ ਤੇਰੇ ਉਹਦੇ 5 ਤਰਜਮੇ ਕੀਤੇ ਨੇ। दजाल तो मुराद नास है, दजाल तो मुराद तमाम ईसाइयत है, दजाल तो मुराद अकमाल मंद अकवाम ने, हाँ जी, ते दजाल तो मुराद बुला 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 बुला। और मैं कहता जवाब दे, ते कोई जवाब नहीं। वो पूरा मुनादरा सुन लो यब यबी बस इधर इधर इधर। ते मैं फिर क्या, मैं क्या ते नकीस पाई जा रही है। अच्छा नवी गल एक कड मारी ना, ये सानू समझते ने कि अगला बंदा जिहड़ा है ना जी, ये बिल्कुल एवं कोई लल्लू जिहा कोई बंदा है, इनू जिधर टोरांगे ना इन्हें टुर पैना। रटियां सू चीज़ां कोई इधरों इधरों पता नहीं कित्थों किहड़ी किताब इहदे ढाए चढ़ गई है जिहड़ी इनू गलत चीज़ां सिखांदी है। मैं क्या नकीज पाई गई। और मिर्जा कादियानी कहंदा है जिहड़ा झूठा हुंदा है ओहदे कलाम दे विच तनाकुज़ हुंदा है, ओहदा कलाम दे विच तज़ाद हुंदा है। किसी सचियार ते अकलमंद दे कलाम दे विच तनाकुज़ नहीं हुंदा। जदों मैं गल कीती ना, आंदा तैनूं पता वे तनाकुज़ दी 8 शर्तां हुंदियां ने। अच्छा मैं एकदम ना यकीन जानो थोड़ी देर आस्ते ना मैनू भी टेंशन आ गई। मैं कि इन्ने केड़ी जगह ते असीं ते अज तक जिहड़ियां ने ओह 3-4 शर्तां ने एहदियां ओह पढ़ियां ने। मंतिक दी दुनिया दी जिहड़ी मर्जी किताब चुक के वेख लो ओहदे च ओही ने। इन्ने कित्थों कढ लियांदियां ने भाई। ओह थोड़ी देर आस्ते मैं भी ते ਉਹ ਤੇ ਹੁਣ ਫਿਰ ਕਿਸੇ ਦਿਨ ਕੋਈ ਗੱਲ ਹੋਈ ਤੇ ਇਹਦੇ ਕੋਲ ਮੈਂ ਉਹ ਸੁਣਨੀਆਂ ਨੇ 8 ਸ਼ਰਤਾਂ। ਉਹ ਦੱਸ ਤੇ ਸਹੀ ਤਰ੍ਹਾਂ ਸ਼ਰਤਾਂ ਕਿਹੜੀਆਂ ਨੇ। ਯਾਰ ਅੱਲਾ ਦੀ ਕਸਮ ਹੈ ਏਡੀ ਵੱਡੀ ਵੱਡੀ ਛੱਡੇਗਾ, ਏਡੀ ਵੱਡੀ। ਫਿਰ ਮੈਂ ਹੋਰ ਵੀ ਚੀਜ਼ਾਂ ਲਿਖੀਆਂ ਨਾ, ਨਵੇਂ ਨਵੇਂ ਕਾਇਦੇ ਕੁਲੀਏ ਨਾ ਬਣਾਏ, ਇਹ ਵੀ ਕਾਇਦਾ ਇਹ ਵੀ ਕਾਇਦਾ। ਉਹ ਮੈਂ ਕਿ ਯਾਰ ਇਹ ਪਤਾ ਨਹੀਂ ਕਿੱਥੋਂ ਕਾਇਦੇ ਕੱਢ ਕੱਢ ਕੇ ਲਿਆ ਰਿਹਾ। ਉਹ ਮੈਂ ਕਿਹਾ ਦੱਸ ਵੀ ਤੇ ਸਹੀ। ਅੱਛਾ ਲੁਗਤ ਦੱਸੀ ਨਾ, आंदा दज्जाल का मतलब होता है, नहीं सॉरी नस्ल वाले नस्लें हैं मेरी बेशुमार। ओदे विच आंदा नस्ल का मतलब होता है जमाना। नस्ल आहो नस्ल दा मतलब होता है जमाना ते नस्ल का मतलब होता है इस्तियारा के रंग में। ते नस्ल दा मतलब एक और सी तीजा अंबिया तमाम अंबिया तमाम अंबिया। 3 मैं क्या दुनिया दी किसी एक लुगो च पुत्र तेन मैं मुंह मंगिया इनाम दे जा। मैं सीधा ठोक दिता। मैं क्या लिया किसे जा, मैं ऐलान कर रही हूं। ते मर गई ओदी मां, उन्हें दोबारा ना ओदी लुगत दुछेड़िया एदा ना हुण नहीं। ਹੁਣ ਤੇ ਮੈਂ ਗਿਆ ਮੈਂ ਫਸ ਤੇ ਮੈਂ ਵੀ ਛੱਡੀ ਸੀ ਤੇ ਸ਼ਰੋਲ ਛੱਡਿਆ ਸੀ। ਤੂੰ ਤੇ ਫੜ ਲਿਆ ਮੈਨੂੰ, ਤੂੰ ਸੰਜੀਦਾ ਹੀ ਲੈ ਲਿਆ। ਇਹ ਤੇ ਹਾਲਤ ਅੱਲਾ ਦੀ ਕਸਮ ਵੱਡੀਆਂ ਵੱਡੀਆਂ ਛੱਡਦਾ। ਅੱਛਾ ਐਡਾ ਮਹਾਨ ਬੰਦਾ ਹੀ ਅਸਲ 'ਚ ਪਤਾ ਕੀ ਹੈ ਜ਼ਿਆ, ਇਹਨਾਂ ਦੇ ਵਿੱਚ ਨਾ ਪਿਆ ਹੈ ਰੋਲਾ ਹੈ ਵੇ ਕਿ ਇੱਕ ਮੁਰੱਬੀ ਆਂਦਾ ਹੈ ਕਿ ਮੈਂ ਵਾਂ ਸਭ ਤੋਂ ਵੱਡਾ ਡਿਬੇਟਰ ਤੇ ਮੇਰੇ ਵਰਗਾ ਕੋਈ ਹੈ ਨਹੀਂ। ਉਹ ਜੱਜਾ ਚਾਹੁੰਦਾ ਹੈ ਪਿਆ ਕਿ ਖੁਦ ਨੰਬਰ ਟੰਗੇ ਤੇ ਖੁਦ ਮਤਲਬ ਮਾਮਾ ਬਣੇ। ਤੇ ਇਧਰੋਂ ਇੱਕ ਇਬਨੇ ਮਾਜਾ ਨਾਮ ਦਾ ਮੁਰੱਬੀ ਹੈ, ਉਹ ਫਾਤੇ ਜਵੇਦ,
ਉਹ ਆਂਦਾ ਪਿਆ ਕਿ ਮੈਂ ਬਣਾ ਮਾਮਾ। ਇੱਕ ਫਿਰ ਹੋਰ ਐਂਟਰੀ ਮਾਰੀਏ ਇਮਰਾਨ ਕਾਲੂ ਨੇ, ਉਹ ਆਂਦਾ ਪਿਆ ਅੱਜ ਕੱਲ ਮੈਂ ਮਾਮਾ ਬਣਾ। ਇੱਕ ਹੋਰ ਨੇ ਵਿੱਚ ਛੜੁੱਲ ਛੱਡ ਛੜੇ ਉਹ ਡਾਕਟਰ ਜ਼ਕਰੀਆ, ਉਹ ਭਾਈ ਉਹ ਕੁਛ ਕਰਨ ਨਹੀਂ ਦਿੰਦਾ। ਉਹ ਪਤਾ ਕੀ ਹੈ, ਉਹ ਜਦੋਂ ਬਰਾੜ ਚ ਹੁੰਦਾ ਨਾ ਤੇ ਉਹਦਾ ਤਰੀਕਾ ਕੀ ਹੁੰਦਾ, ਉਹ ਜਿਵੇਂ ਫੌਜੀ ਤਰੀਕਾ ਨਹੀਂ ਹੁੰਦਾ, ਉਹ ਤੂੰ ਬਹਿ ਜਾ, ਚੱਲ ਤੂੰ ਖਲੋ ਜਾ, ਚੱਲ ਤੂੰ ਕੰਨ ਫੜ ਲੈ, ਚੱਲ ਤੂੰ ਪੁੱਠਾ ਲਟਕ ਜਾ। ਉਹ ਇੰਝ ਹੁਕਮ ਚਲਾਉਂਦਾ ਹੀ, ਆਰਡਰ ਚਲਾਏਗਾ। ਤੇ ਉਹ 2-4 ਵਾਰੀ ਮੈਂ ਵੇਖਿਆ ਆਪਸ ਚ ਘੁਲਦੇ ਹੁੰਦੇ ਨਹੀਂ। ਉਹ ਆਂਦਾ ਚੱਲ ਤੈਨੂੰ ਮੈਂ ਕੀ ਸਮਝਦਾ। ਇਸੇ ਜੱਜੇ ਨੇ ਨਾ ਇਹਦੀ ਜ਼ਕਰੀਆ ਦੀ ਵਾਹ ਧੋ ਕੇ ਕਰ ਛੜੀ ਹੈ ਨਾ। ਉਹਦਾ ਚੱਲ ਤੂੰ ਜਿਹੜਾ ਤੂੰ ਉਹ ਬਣਨਾ ਉਹ ਜਿਹੜਾ ਪਿੰਡ ਦਾ ਹੁੰਦਾ, ਉਹਨੂੰ ਕੀ ਆਂਦੇ ਇਹਨੇ, ਸਰਪੰਚ ਉਹਨੇ ਲਫ਼ਜ਼ ਸਰਪੰਚ ਦਾ ਬੋਲਿਆ। ਆਂਦਾ ਤੂੰ ਵੱਡਾ, ਤੂੰ ਸਰਪੰਚ ਬਣਨਾ, ਤੂੰ ਬਹਿ ਜਾ ਤੂੰ। ਓ ਯਾਰ ਇੰਝ ਹੀ ਨਾ, ਕੱਲ ਪਰਸੋਂ ਦੀ ਡਿਬੇਟ ਹੋ ਰਹੀ ਹੈ ਤੇ ਉੱਥੇ ਅਜੀਬ ਹੀ ਰੰਗ ਬਣ ਗਿਆ ਨਾ। ਪਹਿਲੇ ਡਿਬੇਟ ਸ਼ੁਰੂ ਹੋਈ ਹੈ ਇਮਰਾਨ ਕਾਲੂ ਦੇ ਨਾਲ, ਤੇ ਇਮਰਾਨ ਕਾਲੂ ਦੇ ਨਾਲ ਜਦੋਂ ਡਿਬੇਟ ਸ਼ੁਰੂ ਹੋਈ ਤੇ ਇੱਕਦਮ ਜੰਪ ਮਾਰਿਆ ਡਾਕਟਰ ਜ਼ਕਰੀਆ ਨੇ। ਡਾਕਟਰ ਜ਼ਕਰੀਆ ਨੇ ਕਰ ਦਿੱਤੀ ਇਹਦੀ ਬੇਇੱਜ਼ਤੀ ਤੇ ਇਮਰਾਨ ਕਾਲੂ ਨੇ ਵੀ ਕਰ ਦਿੱਤੀ ਇਹਦੀ ਬੇਇੱਜ਼ਤੀ। ਮੈਂ ਤੇ ਸਭ ਕੁਝ ਸੁਣਦਾ ਸਾਂ ਪਿਆ ਤੇ ਰਿਕਾਰਡਿੰਗ ਹੋ ਰਹੀ ਸੀ। ਅੱਛਾ ਜ਼ਕਰੀਆ ਨੇ ਫਿਰ ਅੱਛਾ ਇੱਧਰੋਂ ਜ਼ਕਰੀਆ ਦੀ ਮੈਂ ਕਰ ਛੜੀ। ਉਹ ਮੈਂ ਕਿਹਾ ਬਹਿ ਜਾ ਤੂੰ ਐਵੇਂ ਵਿੱਚ ਆ ਕੇ ਰੰਗ ਚ ਭੰਗੀ ਭੰਨ ਤੈਨੂੰ ਮੈਂ ਕਿਹਾ ਇੱਕ ਮੁਰੱਬੀ ਤੇ ਤੈਨੂੰ ਯਕੀਨ ਹੀ ਨਹੀਂ ਹੈ, ਤੇਰੇ ਵਿੱਚੋਂ ਸਮਝਦਾਰ ਬੰਦਾ ਇਮਰਾਨ ਕਾਲੂ ਬੈਠਾ ਆਵੇ ਤੇ ਤੂੰ ਉਹਦੇ ਤੇ ਇਤਮਾਦ ਹੀ ਨਹੀਂ ਕਰਦਾ ਪਿਆ। ਉਹ ਤੇ ਵਿਚਾਰਾ ਨਾ ਉਹਦੀ ਜੱਬ ਨਿਕਲ ਗਈ, ਉਹ ਬੋਲਿਆ ਨਹੀਂ ਦੁਬਾਰਾ ਦਾ। ਉਹਨੇ ਕਿਹਾ ਬਾਈ ਬੇਇੱਜ਼ਤੀ ਹੋ ਗਈ ਹੈ। ਅੱਛਾ ਇਹ ਤਰੀਕਾ ਘਰ ਇਹ ਹੀ ਹੁੰਦਾ ਹੈ, ਦੂਜੇ ਜਿਹੜਾ ਵਿੱਚ ਖੜਪੈਂਚ ਬਣੇ ਨਾ ਉਹਨੂੰ ਬਿਸਤੀ ਬੁਸਤੀ ਕਰਕੇ ਸਾਈਡ ਤੇ ਬਿਠਾ ਦਿਓ। ਅੱਛਾ ਉਹ ਨਾ ਇਹਨੇ ਕਿਧਰੇ ਫੋਨ ਕੀਤਾ ਜੀ ਫੇਵਰਟ 49। ਅੱਛਾ ਜੀ ਇੱਧਰੋਂ ਫੇਵਰਟ ਮੇਰੀ ਗੱਲ ਕੱਟ ਕੇ ਫੇਵਰਟ ਭਾਈਆਂ ਉਹਨੂੰ ਚੱਕਿਆ ਜੇ ਕਾਲ ਤੇ, ਉਹਨੂੰ ਚੱਕਿਆ ਜੀ। ਉਹ ਮੈਂ ਕਿਹਾ ਫਿਰ ਤੂੰ ਬੋਲਿਆ ਵਿੱਚ। ਅੱਛਾ ਬੜਾ ਯਾਰ ਚਾਸ ਆਈ ਉਹ ਬਰਾਦਰਾਂ ਨੂੰ ਤੇ ਮੈਨੂੰ ਖੁਦ ਬੜਾ ਹਸਾ ਆ ਰਿਹਾ ਸੀ। ਮੈਂ ਕਿਹਾ ਅੱਜ ਮੇਰੇ ਕੋਲ ਬਣ ਕੇ ਇਹਨਾਂ ਦੀ ਧੁਆਈ ਵਾਵਾ ਹੋ ਰਹੀ। ਅੱਛਾ ਆਂਦਾ ਹੈ, ਅੱਛਾ ਉਹ ਆਇਆ ਬਈ ਜੰਪ ਮਾਰ ਕੇ, ਉਹ ਆ ਕੇ ਅਜੇ ਵਿਚਾਰਾ ਬੋਲਿਆ ਹੀ ਆ ਕਿ ਸਲਾਮ ਅਲੈਕਮ। ਉਹ ਮੈਂ ਕਿਹਾ ਇੱਕ ਹੋਰ ਮੁਰੱਬੀ ਆ ਗਿਆ, ਰਲ ਕੇ ਪੈ ਜਾਓ ਸਾਰੇ ਮੁਰੱਬੀ। ਉਹ ਮੈਂ ਕਿਹਾ ਤੁਸੀਂ ਇੱਕ ਮੁਰੱਬੀ ਤੇ ਰਹਿੰਦੇ ਹੀ ਕੋਈ ਨਹੀਂ ਹੈ। ਉਹ ਚੰਗਾ ਭਲਾ ਸਮਝਦਾਰ ਇਮਰਾਨ ਕਾਲੂ ਤੁਹਾਡੇ ਵਿੱਚ ਗੁਫ਼ਤਗੂ ਕਰਦਾ ਪਿਆ। ਅੱਛਾ ਇੱਧਰੋਂ ਕੀ ਹੋਇਆ ਜੀ, ਫੇਵਰਟ 49 ਨੇ ਸੱਦ ਲਿਆ ਜਲਦੀ ਇਹਨੂੰ ਮੀਰ ਸਲੀਮ ਨੂੰ। ਅੱਛਾ ਹਾਂ ਬੜੇ ਕਲਾਬਾਜ਼ੀਆਂ, ਬੜੇ ਜੰਪ, ਬੜਾ ਮਜ਼ਾ ਆਇਆ, ਚੱਸ ਬੜੀ ਆਈ ਨਾ। ਇੱਧਰੋਂ ਆਇਆ ਇਹ ਜਿਹੜਾ ਨਾ ਮੀਰ ਸਲੀਮ, ID ਬਦਲ ਕੇ, ਨਾਮ ਕੋਈ ਹੋਰ, ਕੋਈ ਬੱਟ ਤਰਖਾਨ ਪਤਾ ਨਹੀਂ ਮੋਚੀ ਰੱਖਿਆ ਸੀ ਉਹਨੇ ਕੋਈ, ਤੇ ਉਹ ID। ਉਹ ਮੈਂ ਕਿਹਾ ਇੱਧਰ ਵੇਖੋ, ਕਿਉਂਕਿ ਇਸ ਮੁਨਾਜ਼ਰੇ ਤੋਂ ਥੋੜੀ ਦੇਰ ਪਹਿਲੇ ਇਹਨੂੰ ਮੈਂ ਜ਼ਲੀਲ ਕਰਕੇ ਆਇਆ ਸਾਂ ਇਹਦੀ ਅਸਲ ID ਤੇ ਮੈਨੂੰ ਗੱਲ ਇੱਥੇ ਚੜ ਗਈ। ਉਹ ਮੈਂ ਕਿਹਾ ਪੁੱਤਰ ਤੂੰ ਪਹਿਲੇ ਤੈਨੂੰ ਮੈਂ ਜ਼ਲੀਲ ਕੀਤਾ, ਤੂੰ ਹੁਣ ID ਬਦਲ ਲਈਏ ਸ਼ਰਮ ਦੇ ਮਾਰੇ। ਉਹ ਸਟੱਡ ਲੱਗਾ ਅੱਲਾ ਦੀ ਕਸਮ। ਉਹ ਕਹਿ ਯਾਰ ਬੰਦਾ ਕੀ ਹੈ ਪਿਆ ਯਾਰ, ਸਾਰੇ ਮੁਰੱਬੀ ਹੈ ਨਾ ਆਪਸ ਚ ਕਾਨਾ ਫੂਸੀ ਸ਼ੁਰੂ ਹੋ ਗਏ ਕਿ ਯਾਰ ਇਹ ਤਾਂ ਕੁਛ ਕਰਨ ਨਹੀਂ ਦਿੰਦਾ ਪਿਆ ਕਿਸੇ ਨੂੰ, ਕੀ ਕਰੀਏ, ਬੰਦਾ ਪੜ੍ਹਾਈ ਨਹੀਂ ਦਿੰਦਾ ਪਿਆ। ਅੱਛਾ ਜੀ ਉਹ ਮੈਂ ਕਿਹਾ ਇਮਰਾਨ ਕਾਲੂ ਨੂੰ ਗੱਲ ਕਰੇਗਾ ਤੇ ਇਹ ਵਧਿਆ ਨਾ ਅੱਗੇ, ਕਹਿੰਦਾ ਨਹੀਂ ਮੈਂ ਕਰਨਾ, ਕਿਹੜਾ ਇਤਰਾਜ਼ ਹੈ, ਉਹ ਕਰਨ ਦੇ ਇਹਨੂੰ ਇਤਰਾਜ਼ ਕਰਨ ਦਿਓ। ਫਿਰ ਮੈਂ ਪਟਾਰੀ ਖੋਲ ਦਿੱਤੀ। ਆਹੋ ਉਹ ਮੈਂ ਕਿਹਾ ਵੇਖਿਓ ਮਿਰਜ਼ਾ ਕਾਦੀਆਨੀ ਕਹਿੰਦਾ ਨਸਲੇ ਹੈ ਮੇਰੀ ਬੇਸ਼ੁਮਾਰ। ਉਹ ਮੁਨਾਜ਼ਰਾ ਫਿਰ ਹੋਇਆ ਨਸਲੇ ਹੈ ਮੇਰੀ ਬੇਸ਼ੁਮਾਰ ਤੇ ਬੜਾ ਅੱਗੇ ਵੱਧ ਕੇ ਕਹਿੰਦਾ ਪਹਿਲੇ ਤੇ ਉਹ ਨਾ ਫੇਵਰਟ 49 ਜਿਹੜਾ ਸੀ ਉਹ ਪੈਰਾਂ ਦੇ ਭਾਰ ਪਾਉਂਦਾ ਹੀ ਨਹੀਂ ਸੀ ਪਿਆ ਨਾ। ਤੇ ਇਹ ਸਲੀਮ ਮੀਰ ਆਂਦਾ ਨਹੀਂ ਇਹਨੂੰ ਕਰਨ ਦੇ ਜਿਹੜਾ ਇਤਰਾਜ਼ ਇਹਨੇ ਹਜ਼ੂਰ ਜੀ ਦੀ ਜ਼ਾਤ ਤੇ ਇਹਨੂੰ ਕੋਈ ਇਤਰਾਜ਼ ਹੈ ਤਾਂ ਕਰਨ ਦੇ, ਮੈਂ ਜਵਾਬ ਦੇਣਾ। ਮੈਂ ਕਿਹਾ ਚੱਲ ਇਹੋ ਹੀ ਤੇ
ਵੇਲਾ ਘੜੀ ਦਾ ਇੰਤਜ਼ਾਰ ਸੀ ਮੈਨੂੰ, ਪੁੱਤਰ ਨਿਕਲ ਸਾਹਮਣੇ ਆ ਜਾ। ਫਿਰ ਪਾ ਲਿਆ ਲੰਮੇ ਮੈਂ। ਆਂਦਾ ਸ਼ੇਰ ਪੂਰਾ ਪੜ। ਉਹ ਮੈਂ ਕਿਹਾ ਨਸਲੇ ਹੈ ਮੇਰੀ ਬੇਸ਼ੁਮਾਰ ਤੇ ਰਹਿ ਤੇ ਸ਼ੇਰ ਪੂਰੇ ਦੇ ਉੱਤੇ ਨਵਾਂ ਪੁਆੜਾ ਪੈ ਜਾਣਾ। ਤੁਸੀਂ ਗਿੱਜੇ ਹੋ ਕਿਸੇ ਹੋਰ ਦੇ ਕਿ ਅੱਗੂ ਪਿੱਛੂ ਪੜੋ। ਉਹ ਮੈਂ ਕਿਹਾ ਅੱਗੂ ਪਿੱਛੂ ਨਾਲ ਹੋਰ ਪੁਆੜਾ ਪੈ ਜਾਣਾ, ਇਹਦੇ ਤੇ ਰਹਿ ਜਾ। ਇੱਕ ਇਨਸਾਨ ਦੀ ਇੱਕ ਹੀ ਨਸਲ ਹੁੰਦੀ ਹੈ ਕਿਉਂਕਿ ਉਹਦਾ ਬਾਪ ਇੱਕ ਹੁੰਦਾ ਹੈ, ਤੇ ਜਿਹਦੀ ਬਾਪ ਜ਼ਿਆਦਾ ਹੋਣ ਨਾ ਤੇ ਉਹਦੀਆਂ ਨਸਲਾਂ ਬੇਸ਼ੁਮਾਰ ਹੁੰਦੀਆਂ ਨੇ। ਇਹ ਦੁਨੀਆ ਦਾ ਕਾਇਦਾ ਕੁਲੀਆ ਹੈ। आंदा नहीं वो पीछे वे मैं आदम हूँ, मैं यकूब हूँ, तो मैं ईसा मूसा हूँ, तो नस्लें हैं मेरी बे। ओ मैं क्या ते उन्हें ते पिछे 4 नबियां दे नाम दसे ने ते ओ बेशुमार बन गए ने। जे तू ओह ही लेना है पिया कि भाई ओ मिर्जा कादियानी आदम सी, ईसा मूसा ते यकूब बन गया सी, ते इहदे पिछे 4 नबी ने। लिमिटेड अनलिमिटेड किंज हो गए भाई। तुसी 1,24,000 नबी रसूल भी कर लवो बिल फर्ज, ते ओ ते लिमिटेड ने। मिर्जे नूं तो फिर यह कहना चाहिए सी कि भाई नस्लें हैं मेरी 1,24,000। जे तुसी इस नस्ल तो मुराद नबी लैंदे हो पे ते फिर तुहानूं यह कहना चाहिए वो आंदा बेशुमार, गिनती शुमार तो बाहर है। ਉਹ ਬੜਾ ਭੈੜਾ ਲਾਲੀ ਕਸਬੇ ਫਸਿਆ। ਉਹ ਨਾ ਪਹਿਲੇ ਤੋਂ ਵੀ ਜ਼ਿਆਦਾ ਵਿਗੜ ਗਈ। ਮੈਂ ਕਿਹਾ ਪੁੱਤਰ ਤੂੰ ਇਹ ਨਸਲੇ ਬੇਸ਼ੁਮਾਰ ਤੇ ਰਹਿੰਦਾ ਤੇ ਗੱਲ ਚੰਗੀ ਸੀ, ਇਹ ਹੁਣ ਨਵਾਂ ਪੁਆੜਾ ਖੁੱਲਿਆ, ਇਹਨੂੰ ਬੰਨੋ, ਕੱਟਾ ਖੁੱਲ ਗਏ। ਤੇ ਬੜੀ ਕਸ ਆਈ। ਤੇ ਹੁਣ ਇੰਜ ਵੇ ਇੱਧਰ ਸਾਰੇ ਮੁੰਡੇ ਨਾ ਇਹਨਾਂ ਨੂੰ ਘੇਰ ਲਿਆ ਕਰੋ, ਇਹਨਾਂ ਦੀਆਂ ਆਪਣੀਆਂ ਬਰਾਡਾਂ ਦੇ ਜਾ ਕੇ। ਇਹ ਉਂਝ ਨਹੀਂ ਇਹਨਾਂ ਨੇ ਢਾਏ ਚੜਨਾ। ਛਾਪੇ ਮਾਰ ਮਾਰ ਕੇ ਨਾ ਇਹਨਾਂ ਨੂੰ ਨੱਪੀ ਧਰੋ, ਜਿੱਥੇ ਲੱਭੇ ਕਾਦੀਆਨੀ ਪੈ ਜਾਓ, ਪਾ ਲਓ ਲੰਮੇ। ਅੱਛਾ ਯਾਰ ਇਹ ਜਿਹੜੀ ਅਲੀ ਦਾ ਮਲੰਗ ਇਹ ਆਈਡੀ ਕੌਣ ਹੈ ਬੰਦਾ? ਹੈਲੋ ਭਾਈ ਜੀ। ਹੈਲੋ ਆਪਣੇ ਭਾਈ ਮੁਫਤੀ ਸਾਹਿਬ, ਅਲੀ ਦੇ ਮਲੰਗ ਸਾਹਿਬ ਦੀ ਆਈਡੀ ਤੇ ਕੌਣ ਨੇ? ਮੈਂ ਪੁੱਛਣਾ ਚਾਹ ਰਿਹਾ ਸਾਂ। ਇਹ ਜੀ ਮੈਨੂੰ ਸ਼ੱਕ ਪੈਂਦਾ ਕਿ ਜੇਲਮੀਰ ਸਾਹਿਬ ਦੇ ਜਿਹੜੇ ਨਾ, ਹਾਂਜੀ ਉਹ ਮੈਨੂੰ ਵੀ ਸ਼ੱਕ ਪਹਿਲੇ ਦਾ ਹੈ। ਤੇ ਇੰਜੀਨੀਅਰ ਸਾਹਿਬ ਦੇ ਸਟੂਡੈਂਟ ਅੱਜ ਕੱਲ ਜਿਹੜੇ ਨੇ ਨਾ ਉਹ ਮੁਫਤੀ ਸਾਹਿਬ ਨਿਹਾਇਤ ਹੀ ਅਦਬ ਇhtਰਾਮ ਦੇ ਨਾਲ ਤੁਹਾਡੇ ਕੋਲ ਇਜਾਜ਼ਤ ਮੰਗ ਰਹੇ ਹਾਂ। ਤੁਸੀਂ ਸਾਡੇ ਕਮੈਂਟ ਵੱਲ ਧਿਆਨ ਹੀ ਨਹੀਂ ਦੇ ਰਹੇ ਹੋ। ਤੇ ਬਾਬਾ ਜੀ ਮੇਰੀ ਬਰਾੜ ਨਹੀਂ ਹੈ, ਮੈਂ ਕਿੱਥੋਂ ਧਿਆਨ ਦੇਣਾ ਹੈ ਜੀ? ਚਲੋ ਜੀ ਸਾਹਿਬ ਦੀ ਬਰਾੜ ਹੈ ਤੇ ਕਰੋ ਗੱਲ ਉਹਨਾਂ ਨਾਲ। ਕੋਈ ਹੋ ਗਈ ਹੋਗੀ जी शाह साहब ये अली दा मलंग तो है ना वो जेल में के नहीं है। ਸਰ ਮੈਂ ਮੁਫਤੀ ਸਾਹਿਬ ਤੁਹਾਡੇ ਨਾਲ ਸਵਾਲ ਹੈਗਾ, ਕਿਉਂਕਿ ਤੁਸੀਂ ਸਾਹਬੇ ਇਲਮ ਹੋ ਤੇ ਅਸੀਂ ਤੇ ਤੁਹਾਡੇ ਕੋਲ ਸਿੱਖਣ ਵਾਸਤੇ ਆਈਦਾ ਹੈਗਾ। ਅੱਗੇ ਵੀ ਕਈ ਦਫਾ ਤੁਹਾਡੇ ਕੋਲ ਮਸਲੇ ਪੁੱਛੇ, ਤੁਸੀਂ ਸਾਨੂੰ ਸਿੱਧੀ ਸਾਡੀ ਸਲਾਹ ਕੀਤੀ ਹੈਗੀ ਆ, ਤੇ ਇਸ ਦਫਾ ਵੀ ਤੁਹਾਨੂੰ ਦੇਖਿਆ ਹੈਗਾ ਤੇ ਮੈਂ ਆਖਿਆ ਵੀ ਚਲੋ ਚੱਲਦੇ ਆ ਮੁਫਤੀ ਸਾਹਿਬ ਕੋਲ ਕੋਈ ਸਵਾਲ ਪੁੱਛਦੇ ਆ। ਅੱਛਾ ਤੇ ਉਹ ਤੁਹਾਡੇ ਤੁਸੀਂ ਉਸ ਦਿਨ ਵੀ ਆਏ ਸੀ ਤੇ ਤੁਹਾਡੇ ਕੋਲ ਮੈਂ ਪੁੱਛਿਆ ਸੀ ਤੇ ਤੁਸੀਂ ਮੈਨੂੰ ਤੇ ਦੱਸਿਆ ਕੋਈ ਨਹੀਂ, ਤੇ ਤੁਹਾਡੇ ਸਵਾਲ ਦਾ ਜਵਾਬ ਕਿਉਂ ਦਈਏ ਸੀ ਜੀ? ਮੇਰੇ ਸਵਾਲ ਦਾ ਜਵਾਬ ਦਿੱਤਾ ਸੀ ਕੋਈ? ਥੋੜੀ ਮੈਂ ਤੁਹਾਨੂੰ ਇਹ ਪੁੱਛਿਆ ਸੀਗਾ ਕਿ ਮੈਂ ਕਿਦੋਂ ਕਿਹਾ ਤੁਸੀਂ ਕਾਦੀਆਨੀ? ਮੈਂ ਤੁਹਾਨੂੰ ਕਿਹਾ ਕਾਦੀਆਨੀ ਹਾਂ, ਮੈਂ ਕਿਹਾ ਕਾਦੀਆਨੀ ਨਹੀਂ ਸਰ। ਤੁਹਾਡੇ ਸਵਾਲ ਜਿਹੜੇ ਉਹ ਕਾਦੀਆਨੀ ਤੇ ਹੁੰਦੇ, ਅਸੀਂ ਕੋਈ ਕਾਦੀਆਨੀ ਨਹੀਂ। ਮੈਂ ਤੁਹਾਨੂੰ ਕਿਦੋਂ ਕਿਹਾ ਵੇ ਕਿ ਤੁਸੀਂ ਮੈਂ ਕਿਹਾ ਤੁਹਾਨੂੰ ਕਾਦੀਆਨੀ ਨਹੀਂ ਸਰ? ਤੁਹਾਡੇ ਸਵਾਲ ਤੇ ਕਾਦੀਆਨੀਆਂ ਤੇ ਹੁੰਦੇ ਨੇ, ਅਸੀਂ ਤੇ ਆਪਣਾ ਮੇਰਾ ਸਵਾਲ ਹੈ ਤਾਂ ਜਵਾਬ ਵੀ ਤੇ ਦੇਣਾ ਸੀ ਨਾ ਤੁਸੀਂ, ਤੇ ਜਵਾਬ ਉਦੋਂ ਦਿੱਤਾ ਹੀ ਨਹੀਂ ਸੀ। ਤੁਸੀਂ ਤੇ ਨਿਕਲਣ ਦੀ ਮੈਂ ਕਰ ਦੇਣਾ, ਹੁਣ ਕਰ ਦੇਣਾ ਵਾ ਨਾ। ਚਲੋ ਸਰ ਤੁਸੀਂ ਆਲਮਾਂ ਵਾਲੇ ਸਵਾਲ ਕਰਦੇ, ਮੈਂ ਕੋਈ ਆਲਮ ਥੋੜੀ ਹੈਗਾ। ਜੇ ਭੁੱਲ ਗਏ ਹੋ ਤੇ ਚਲੋ ਮੈਂ ਕਰ ਦੇਣਾ ਦੁਬਾਰਾ। ਨਹੀਂ ਸਰ ਜੀ, ਮੈਂ ਸਰ ਤੁਹਾਡਾ ਮੁਕਾਬਲਾ ਨਹੀਂ ਕਰ ਸਕਦਾ ਹੈਗਾ ਜੀ। ਚਲੋ ਮੈਂ ਤੇ ਕਰ ਸਕਣਾ ਵਾ ਨਾ, ਤੁਸੀਂ ਨਹੀਂ ਕਰ ਸਕਦੇ। ਤੁਸੀਂ ਆਲਮੇ ਦੀਨ ਹੋ ਸਰ ਜੀ, ਤੁਸੀਂ ਚਲੋ ਕੋਈ ਨਹੀਂ ਗੱਲ, ਮੈਂ ਤੁਹਾਨੂੰ ਤਾਂ ਹੀ ਕਿਹਾ ਸੀ ਤੁਸੀਂ ਯਾਰ ਸੁਣ ਨਾਲ ਗੱਲ ਕਰ ਲਓ। ਤੁਸੀਂ ਤੇ ਮੇਰੇ ਨਾਲ ਕਰਦੇ ਹੋ ਤੇ ਫਿਰ ਕਰੋ ਫਿਰ ਗੱਲ, ਫਿਰ ਆ ਜਾਓ ਸਿੱਧੇ ਹੋ ਜਾਓ। ਅੱਛਾ ਮੁਫਤੀ ਸਾਹਿਬ ਤੁਹਾਡੇ ਕੋਲ ਅਸੀਂ ਸਲਾਹ ਲੈਣ ਵਾਸਤੇ। ਮਿਰਜ਼ਾ ਕਾਦੀਆਨੀ ਸਾਹਿਬ ਫਰਮਾਉਂਦੇ ਨੇ ਕਿ ਨਿਸ਼ਾਨ ਨੰਬਰ ਮੇਰਾ 85 ਹੈ ਕਿ ਜਨਾਬ ਉਹਨਾਂ ਦੀ ਮੱਕਤ ਦੇ ਵਿੱਚੋਂ ਪਛਵਾੜੇ ਚੋਂ 16 ਦਿਨ ਤੱਕ ਖੂਨ ਆਉਂਦਾ ਰਿਹਾ। ਵਜ੍ਹਾ ਪੁੱਛਣੀ ਸੀ ਬਸ, ਵਜ੍ਹਾ ਕੀ ਬਣੀ ਐ ਸੀ, ਕੀ ਦੁਰਘਟਨਾ ਹੋਈ ਸੀ? ਹਾਂਜੀ ਮੈਂ ਤੁਹਾਨੂੰ ਦੱਸਦਾ ਸਰ ਜੀ, ਮੈਂ ਤੁਹਾਨੂੰ ਦੱਸਦਾ ਅੱਛਾ ਸਰ ਜੀ, ਮੈਂ ਮੱਕਾ ਮੁਕਰਮਾ ਦੇ ਵਿੱਚ ਹੈਗਾ, ਤੁਸੀਂ ਮੈਨੂੰ ਪਹਿਚਾਣਿਆ ਨਹੀਂ ਹੈਗਾ। ਡੀਪੀ ਮੈਂ ਬਦਲੀ ਹੋਈ ਆ। ਦੇ ਵਿੱਚ ਵੀ ਟੁਰ ਜਾਓ ਤੇ ਮੈਂ ਸਵਾਲ ਤੇ ਉੱਥੇ ਹੀ ਰਹਿਣਾ ਨਾ ਸਰ। ਮੈਂ ਆ ਦੇਖੋ, ਮੈਂ ਅਲਹਮਦੁਲਿਲਾ ਮੈਂ ਵੀ ਕਹਿੰਦਾ ਕਿ ਸਵਾਲ ਤੇ ਮੇਰਾ ਉੱਥੇ ਹੀ ਰਹਿਣਾ ਨਾ, ਤਸਵੀਰਾਂ ਭਾਵੇਂ ਜਿੰਨੀਆਂ ਮਰਜ਼ੀ ਵਿਖਾਓ। ਪਹਿਚਾਣਿਆ ਮੈਨੂੰ ਸਰ ਜੀ, ਤੁਸੀਂ ਮੇਰੇ ਡੀਪੀ ਤੇ ਮੈਨੂੰ ਨਹੀਂ ਪਹਿਚਾਣਿਆ ਹੈਗਾ। ਮੈਂ ਡੀਪੀ ਬਦਲੀ ਹੋਈ ਆ, ਇਸ ਵਜ੍ਹਾ ਤੋਂ ਤੁਹਾਨੂੰ ਕੋਈ ਗਲਤ ਫਹਿਮੀ ਹੋ ਗਈ ਹੈ ਜੀ।
ਅੱਛਾ ਸਰ ਤੁਹਾਨੂੰ ਕੋਈ ਗਲਤ ਫਹਿਮੀ ਹੋਈ ਹੈ ਜੀ। ਜੇ ਇਹਦਾ ਫਿਰ ਜਵਾਬ ਵੀ ਤੇ ਦੇ ਦਿਓ ਨਾ ਹੁਣ। ਉਹ ਸਰ ਜੀ ਮੈਂ ਤਾਂ ਲਾਹਨਤ ਪਾਣਾ ਮਿਰਜ਼ੇ ਕਾਦੀਆਨੀ ਦੇ ਉੱਤੇ, ਉਹਦੇ ਮੰਨਣ ਵਾਲਿਆਂ ਦੇ ਉੱਤੇ ਜੀ। ਅੱਛਾ ਮੈਂ ਤੇ ਉੱਤੇ ਲਾਹਨਤ ਪਾਣਾ ਹੈਗਾ। ਮੇਰਾ ਤੇ ਉਹ ਮਿਰਜ਼ੇ ਗੁਲਾਮ ਕਾਦੀਆਨੀ ਔਰ ਉਹਦੇ ਮੰਨਣ ਵਾਲਿਆਂ ਨੂੰ ਮੇਰਾ ਤਾਂ ਪਿਸ਼ਾਬ ਕਈ ਸੇ ਚੰਗਾ ਹੈਗਾ ਜੀ। ਇਹ ਜ਼ਨਾਨੀ ਨੂੰ ਜੱਫੀ ਪਾਉਣ ਵਾਲੀ ਤਸਵੀਰ ਤੇ ਪਹਿਲੀ ਮੇਰੇ ਨਾਲ ਡਿਬੇਟ ਹੋ ਚੁੱਕੀ ਹੈ। ਤੁਹਾਡੀ ਜਿਹੜੀ ਡੀਪੀ ਲਾਈ ਜੇ ਤੁਹਾਨੂੰ ਗਲਤ ਫਹਿਮੀ ਹੋਈ ਹੈ ਸਰ, ਤੁਹਾਨੂੰ ਗਲਤ ਡੀਪੀ ਹੈ ਜਿਹੜੀ। ਇੱਕ ਮਿੰਟ ਉਹ ਹੀ ਕਰੋ ਨਾ ਵਾਪਸ। ਸਰ ਜੀ ਤੁਹਾਡੇ ਨਾਲ ਕਈ ਦਫਾ ਪਹਿਲੇ ਵੀ ਗੱਲ ਹੋ ਚੁੱਕੀ ਹੋਈ ਹੈ। ਡੀਪੀ ਜ਼ਰਾ ਕਰੋ। ਡੀਪੀ ਮੈਨੂੰ ਯਾਦ ਹੈ ਬੜੀ ਚੰਗੀ ਤਰ੍ਹਾਂ, ਭੁੱਲਦੇ ਨਹੀਂ ਹੁੰਦੇ ਅਸੀਂ। ਸਰ ਜੀ ਤੁਸੀਂ ਕੈਮਰਾ ਆਫ ਕਰੋ ਨਾ। ਇੱਕ ਮਿੰਟ ਮੈਂ ਜ਼ਰਾ ਵੇਖਣਾ ਤਾਂ ਸਹੀ ਹੈ ਨਾ ਕੀ ਹੈ। ਸਰ ਮੇਰਾ ਨਾਮ ਦੇਖ ਲਓ ਤੁਸੀਂ। ਅੱਛਾ ਠੀਕ ਹੋ ਗਿਆ। ਤੇ ਮਿਰਜ਼ਾ ਜੂਨੀਅਰ ਜੇਲਮੀ ਸਾਹਿਬ ਦੇ ਬਾਰੇ ਕੀ ਇਰਸ਼ਾਦ ਹੈ ਆਪ ਦਾ? ਹੁਣ ਤੁਹਾਨੂੰ ਪਤਾ ਲੱਗ ਗਿਆ ਜੀ ਸਰ ਜੀ, ਤੁਸੀਂ ਸਾਡੇ ਤੇ ਫਤਵਾ ਲਾਈ ਜਾ ਰਹੇ ਹੋ। ਅੱਲਾ ਮਿਰਜ਼ਾ ਜੂਨੀਅਰ ਜੇਲਮੀ ਸਾਹਿਬ ਦੇ ਬਾਰੇ ਕੀ ਫਰਮਾਉਂਦੇ ਹੋ? ਉਹਨੂੰ ਵੀ ਕੋਈ ਖੰਜ਼ੀਰ ਮੰਨਦੇ ਹੋ ਕਿ ਨਹੀਂ? ਮਿਰਜ਼ਾ ਜੂਨੀਅਰ ਦੇ ਉਹ ਵੀ ਮਿਰਜ਼ਾ ਗੁਲਾਮ ਕਾਦੀਆਨੀ ਦਾ ਪੁੱਤਰ ਹੈਗਾ ਜੀ। ਹੋਰ ਪੁੱਛੋ ਜੀ ਸਾਡੇ ਕੋਲ ਕੀ ਪੁੱਛਣਾ ਜੀ। ਬਿਲਕੁਲ ਠੀਕ ਹੋ ਗਿਆ। ਅੱਛਾ ਜੀ ਫਰਮਾਓ ਹੁਣ। ਉਹ ਤੇ ਉਹਦਾ ਛੋਟਾ ਪੁੱਤਰ ਆ, ਲਾਡਲਾ ਪੁੱਤਰ ਹੈ ਜੀ ਮਿਰਜ਼ਾ ਗੁਲਾਮ ਕਾਦੀਆਨੀ ਦਾ, ਮਿਰਜ਼ਾ ਜੇਲਮੀ ਜੀ। ਹੋਰ ਪੁੱਛੋ ਜੀ ਸਾਡੇ ਕੋਲ ਕੀ ਪੁੱਛਣਾ ਜੀ। ਸਾਡੇ ਕੋਲ ਇੰਨਾ ਦੇ ਸਵਾਲਾਂ ਦਾ ਜਵਾਬ ਹੈ, ਇਸ ਤੋਂ ਬਾਅਦ ਕੇ ਸਵਾਲ ਸਾਡੇ ਕੋਲ ਕੋਈ ਨਹੀਂ ਹੈਗੇ ਜੀ। ਅੱਛਾ ਜੀ ਠੀਕ ਹੋ ਗਿਆ ਜੀ। ਹਾਂਜੀ ਫਰਮਾਓ। ਮੈਂ ਤੁਹਾਨੂੰ ਪਿਛਲੇ ਦਿਨ ਵੀ ਪੁੱਛਿਆ ਸੀਗਾ ਕਿ ਤੁਸੀਂ ਮਦੀਨੇ ਹੋ, ਤੁਸੀਂ ਕਿਹਾ ਜੀ ਨਹੀਂ ਮੈਂ ਪਾਕਿਸਤਾਨ ਆਇਆ ਹੋਇਆ। ਤੁਹਾਡੀ ਮੇਰੀ ਗੱਲ ਹੋਈ ਸੀ ਨੈਕਸਟ ਟਾਈਮ ਆਪਣੀ ਗੱਲ ਹੋਈ ਸੀ। ਹਾਂਜੀ ਹਾਂਜੀ ਹੁਣ ਸ਼ਾਇਦ ਤੁਹਾਨੂੰ ਸਮਝ ਆ ਗਈ ਹੋਣੀ ਹੈ ਜੀ। ਉਹ ਮੈਨੂੰ ਤੇ ਪੁੱਛਦੇ ਰਹਿੰਦੇ ਨੇ। ਅੱਛਾ ਸਵਾਲ ਕੋਈ ਕਰਨਾ ਸੀ ਸਰ ਜੀ ਤੁਸੀਂ ਡੀਪੀ ਤੋਂ ਭੁਲੇਖਾ ਖਾ ਗਏ ਜੀ। ਅੱਛਾ ਜੀ ਸਰ ਜੀ ਮੇਰਾ ਸਵਾਲ ਇਹ ਹੈਗਾ ਸੀਗਾ ਕਿ ਵੀ ਦੇਖੋ ਇੱਕ ਮੁਸਲਮਾਨ ਹੋ ਕੇ ਇੱਕ ਬੰਦਾ ਨਜ਼ਾਰੇ ਖੁਦ, ਮੈਂ ਆਪਣੀ ਗੱਲ ਕਰਦਾਗਾ ਆਪਣੀ ਗੱਲ ਕਿ ਤੁਸੀਂ ਇੱਕ ਆਲਮੇ ਦੀਨ ਹੋ ਤੇ ਮੈਂ ਇੱਕ ਅਲਹਮਦੁਲਿਲਾ ਮੁਸਲਮਾਨ ਆ। ਖਾਨਾ ਕਾਬਾ 'ਚ ਮੇਰੀ ਡਿਊਟੀ ਹੈ ਜੀ, ਮੈਂ ਉੱਥੇ ਖਾਨਾ ਕਾਬਾ ਦੇ ਵਿੱਚ ਹੀ ਹੁੰਦਾ। ਤੇ ਤੁਹਾਨੂੰ ਦੇਖਿਆ ਤੇ ਆਨਲਾਈਨ ਤੇ ਮੈਂ ਤੁਹਾਡੇ ਕੋਲ ਆ ਗਿਆ। ਅੱਗੇ ਵੀ ਕਈ ਦਫਾ ਤੁਹਾਡੇ ਕੋਲ ਸਵਾਲ ਪੁੱਛੇ, ਤੁਸੀਂ ਸਾਡੀ ਸਲਾਹ ਕੀਤੀ ਹੈਗੀ ਹੈ ਜੀ। ਤੇ ਸਾਨੂੰ ਯਾਨੀ ਕਿ ਜਿੱਥੋਂ ਦੀ ਕੋਈ ਥੋੜਾ ਛੁੜਕਣ ਲੱਗੇ ਸੀਗੇ ਤੇ ਤੁਸੀਂ ਸਾਨੂੰ ਸਿੱਧੇ ਰਾਹ ਤੇ ਲਾਇਆ ਜੀ। ਸਰ ਇੱਕ ਮਿੰਟ ਅੱਛਾ ਅਲੀ ਦੇ ਮਲੰਗ ਭਾਈ ਆਏ ਨੇ। ਹੈਲੋ ਮਲੰਗ ਭਾਈ ਕਿਉਂ ਨਹੀਂ ਬੋਲਦੇ? ਕਿਉਂ ਨਹੀਂ ਮੁਫਤੀ ਸਾਹਿਬ ਦਾ ਤੁਸੀਂ ਜਵਾਬ ਦਿੰਦੇ? ਜਮੀਲ ਭਾਈ ਦੱਸੋ। ਅਲੀ ਦੇ ਮਲੰਗ ਭਾਈ ਤੇ ਡਾਢੇ ਨਾਰਾਜ਼ ਨੇ ਸਾਡੇ ਤੋਂ। ਅੱਛਾ ਜੀ ਮੁਫਤੀ ਸਾਹਿਬ ਮੈਂ ਆਪਣੇ ਨਾ ਸ਼ਾਹ ਜੀ ਉਹ ਨਾ ਕਾਜ਼ਮੀ ਸਾਹਿਬ ਦੇ ਨਾ ਉਸ ਦਿਨ ਬੜੇ ਜਨਾਬ ਤਾਰੀਫਾਂ ਦੇ ਪੁੱਲ ਬਣ ਰਹੇ ਸਨ। ਹਾਂਜੀ ਉਹ ਮੈਂ ਇਹਨਾਂ ਨੂੰ ਜਾਣਨਾ ਵਾ ਤਾਂ ਹੀ ਤੇ ਇਹਨਾਂ ਨੂੰ ਮੈਂ ਮੁਖਾਤਬ ਕੀਤਾ ਹੈ ਜੀ। ਅੱਛਾ ਚਲੋ ਪਹਿਲੇ ਸਾਗਰ ਸਾਹਿਬ ਨਾਲ ਗੱਲ ਕਰ ਲਈਏ ਤੇ ਫਿਰ ਐਸ਼ਾ ਜੀ ਥੱਲੇ ਲਿਖਿਆ ਨੇ ਅਸਤਗਫਾਰ। ਮੈਂ ਤੇ ਗੋਲੜਾ ਸ਼ਰੀਫ ਦਾ ਮੁਰੀਦ ਹੈਗਾ ਵਾਂ। ਤੇ ਜਿਹੜਾ ਬੰਦਾ ਗੋਲੜਾ ਸ਼ਰੀਫ ਦਾ ਮੁਰੀਦ ਹੋਏ ਤੇ ਉਹ ਇੱਕ ਰਾਫਜ਼ੀ ਦੀਆਂ ਤਾਰੀਫਾਂ ਕਿੰਜ ਕਰ ਸਕਦਾ? ਉਹ ਤੇ ਹੁਣ ਥੋੜਾ ਜਿਹਾ ਬੋਲਣਗੇ ਤੇ ਫੇਰ ਹੀ ਹੈ ਨਾ ਜੀ। ਇੰਜ ਤੇ ਨਹੀਂ ਫਿਰ ਗੱਲ ਹੋਣੀ ਨਾ। ਮਾਈਕ ਮਿਊਟ ਕਰਕੇ ਤੇ ਟਿਪ ਕਰਨ ਨਾਲ ਤੇ ਨਹੀਂ ਕੋਈ ਗੱਲ ਵਧਣੀ ਅੱਗੇ। ਗੱਲ ਹੈ ਵੇ ਕਿ ਜੀ ਸਾਗਰ ਸਾਹਿਬ। ਹਾਂਜੀ ਸਰ ਜੀ ਗੱਲ ਇਹ ਹੈ ਕਿ ਮੈਂ ਆਪਣੀ ਗੱਲ ਕਰਦਾਗਾ, ਮੈਂ ਕਿਸੇ ਦੇ ਬਾਅਦ ਦੀ ਗੱਲ ਕਰਾਂਗਾ। ਪਹਿਲੇ ਮੈਂ ਆਪਣੀ ਗੱਲ ਕਰਾਂਗਾ ਕਿ ਮੈਂ ਇੱਕ ਮੁਸਲਮਾਨ ਹੋ ਕੇ ਇੱਕ ਆਲਮੇ ਦੀਨ ਨਾਲ ਜਾਂ ਇੱਕ ਇਲਮ ਰੱਖਣ ਵਾਲੇ ਬੰਦੇ ਦੇ ਨਾਲ, ਲੇਕਿਨ ਮੈਂ ਖੁਦ ਲਬਾਦਾ ਓੜ ਕੇ ਤੁਹਾਡੇ ਨਾਲ ਬਹਿਸ ਕਰਾਂ ਤੇ ਉਸ ਤੋਂ ਬਾਅਦ ਬਹਿਸ ਕਰਨ ਤੋਂ ਬਾਅਦ ਜਿਹੜਾ ਦੋਸਤ ਹੈਗਾ ਉਹ ਵੀ ਮੇਰੇ ਨਾਲ ਮਿਲ ਜਾਵੇ। ਸਵਾਲ ਜ਼ਰਾ ਮੁਖਤਸਰ ਰੱਖਿਆ ਜੇ। ਹਾਂਜੀ ਮੁਖਤਸਰ ਸਰ ਮੁਖਤਸਰ। ਉਸ ਤੋਂ ਬਾਅਦ 2 ਲਾਈਨਾਂ ਹੋ ਰਹੀਆਂ ਤੇ ਫਿਰ ਉਹ ਮੇਰਾ ਜੋ ਸਵਾਲ ਖਤਮ ਹੋ ਜਾਏਗਾ। ਤੇ ਹੋਸਟ ਵੀ ਮੇਰੇ ਨਾਲ ਮਿਲ ਜਾਵੇ ਔਰ ਕਹੇ ਕਿ ਮੈਂ ਇੱਕ ਬੰਦੇ ਨੂੰ ਸ਼ੇਅਰ ਕੀਤੀ ਆਈਡੀ ਤੇ ਬੰਦੇ ਥੱਲੋਂ ਗਾਲਾਂ ਕੱਢਣ ਲੱਗ ਪੈਣ ਮੈਨੂੰ ਕਿ ਵੀ ਇਹ ਕਾਦੀਆਨੀ ਕੁੱਤਾ ਹੈਗਾ, ਇਹਨੂੰ ਥੱਲੇ ਉਤਾਰ ਦਿੱਤਾ ਜਾਵੇ, ਮੈਨੂੰ ਥੱਲੇ ਉਤਾਰ ਦਿੱਤਾ ਜਾਵੇ। ਹੋਸਟ ਕਹੇ ਕਿ ਮੈਂ ਇੱਕ ਬੰਦੇ ਹੋਰ ਨੂੰ ਸ਼ੇਅਰ ਕੀਤੀ ਆਈਡੀ, ਉਹ ਆ ਜਾਂਦਾ। ਲੇਕਿਨ ਉਹ ਉਸੇ ਬੰਦੇ ਨੂੰ ਦੁਬਾਰਾ ਫਿਰ ਚੁੱਕ ਕੇ ਕਿਹਾ ਜਾਵੇ ਕਿ ਆਹ ਬੰਦਾ ਹੈਗਾ, ਲੇਕਿਨ ਉਹ ਬੰਦਾ ਕਹੇ ਕਿ ਨਹੀਂ ਜੀ ਮੈਂ ਕਾਦੀਆਨੀ ਨਹੀਂ ਹੈਗਾ, ਮੈਂ ਮੁਸਲਮਾਨ ਹੈਗਾ। ਪਹਿਲੇ ਉਹੀ ਬੰਦਾ ਸਵਾਲ ਇੱਕ ਆਲਮੇ ਦੀਨ ਦੇ ਨਾਲ ਕਾਦੀਆਨੀ ਬਣ ਕੇ ਕਰਦਾ ਪਿਆ ਸੀ। ਇਹਦੇ ਮੁਤਲਕ ਸਾਡਾ ਇਸਲਾਮ ਜਾਂ ਤੁਹਾਡਾ ਮੌਕਫ ਕੀ ਕਹਿੰਦਾ ਹੈਗਾ ਜੀ? ਮਿਹਰਬਾਨੀ ਸ਼ੁਕਰੀਆ ਜੀ। ਕਾਦੀਆਨੀ ਬਣ ਕੇ ਕਰ ਰਿਹਾ ਸੀ ਅਗਰ ਤੇ ਉਹਨੇ ਇਹ ਧੋਖਾ ਦੇਣ ਵਾਸਤੇ ਕਾਦੀਆਨੀ ਬਣਿਆ ਉਹ ਤੇ ਭਾਈ ਉਹ ਜਿਹੜਾ ਵੇ ਵਕਤੀ ਤੌਰ ਤੇ ਵੀ ਕਾਦੀਆਨੀ ਬਣਨਾ ਜਿਹੜਾ ਹੈ ਨਾ ਉਹ ਕੁਫਰ ਹੈ। ਸ਼ਰੀ ਮਸਲਾ ਹੈ ਵੇ ਕਿ ਕਿਸੇ ਬੰਦੇ ਨੇ ਕੁਫਰ ਦੀ ਸਿਰਫ ਨੀਅਤ ਕੀਤੀ
ਕਿ ਮੈਂ 100 ਸਾਲ ਬਾਅਦ ਜਾਂ 200 ਸਾਲ ਬਾਅਦ ਕਾਫਰ ਹੋ ਜਾਵਾਂਗਾ, ਤੇ ਸ਼ਰੀਅਤ ਕਹਿੰਦੀ ਏ ਉਹ ਉਦੋਂ ਹੀ ਕਾਫਰ ਹੋ ਗਿਆ। ਇਰਾਦਾ ਹੈ ਕੁਫਰ ਵੀ ਜਿਹੜਾ ਹੁੰਦਾ ਉਹ ਕੁਫਰ ਹੁੰਦਾ ਹੈ। ਇੰਜੀ ਧੋਖਾ ਦੇਣ ਵਾਸਤੇ, ਫਰਾਡ ਕਰਨ ਵਾਸਤੇ ਵਕਤੀ ਤੌਰ ਤੇ ਕਾਫਰ ਬਣਨਾ ਇਹ ਮੁਸਲਮਾਨ ਨੂੰ ਜ਼ੇਬਾ ਨਹੀਂ ਹੈ। ਤੇ ਬਾਅਦ ਉਲਮਾ ਇਕਰਾਮ ਬੜੀ ਸਖਤੀ ਕਰਦੇ ਨੇ। ਸ਼ੁਕਰੀਆ ਜੀ, ਸ਼ੁਕਰੀਆ। ਹਾਂਜੀ, ਬਾਅਦ ਉਲਮਾ ਇਕਰਾਮ ਫਿਰ ਬੜੀ ਸਖਤੀ ਸਰ। ਹੁਣ ਮੇਰੇ ਕੋਲ ਬੰਦਾ ਵੀ ਸਰ, ਹੁਣ ਇਹਦੇ ਮੁਤਲਕ ਮੇਰੇ ਕੋਲ ਹੁਣ ਤੁਹਾਨੂੰ ਮੈਂ ਵਾਜ਼ਿਹ ਗੱਲ ਦੱਸਦਾ। ਕਸਮ ਨਾਮ ਦੀ ਆਈਡੀ ਹੈਗੀ ਹੈ ਜੀ ਇੱਕ, ਠੀਕ ਹੈ ਜੀ। ਉਹ ਆਪਣੇ ਆਪ ਨੂੰ ਮੁਫਤੀ ਮੁਬਸ਼ਰ ਸਾਹਿਬ ਦਾ ਸਟੂਡੈਂਟ ਕਹਿੰਦਾ। ਨਹੀਂ ਜੀ, ਕੋਈ ਨਹੀਂ ਸਾਡਾ ਕਾਸਮ ਨਾਮ ਦਾ ਕੋਈ ਸਟੂਡੈਂਟ ਸਾਡਾ ਕੋਈ ਨਹੀਂ ਹੈ। ਠੀਕ ਹੈ ਜੀ ਸਰ, ਮੈਂ ਤੁਹਾਨੂੰ ਦੱਸਦਾ ਮੂਸਾ ਜਿਹੜਾ ਵੀ ਕੋਈ ਜੀ ਜਿਹੜਾ ਵੀ ਕੋਈ ਪਿੱਠ ਪੰਗੇ ਲਵੇ ਤੇ ਉਹ ਬਾਅਦ ਚੋਂ ਆਪਣਾ ਤਲਕ ਸਾਡੇ ਨਾਲ ਜ਼ਾਹਰ ਕਰ ਦੇ ਤੇ ਕੋਈ ਨਹੀਂ ਭਾਈ, ਇੰਜ ਨਹੀਂ। ਹਰ ਕੋਈ ਆਪਣੇ ਪਿੱਠ ਪੰਗੇ ਦਾ ਖੁਦ ਜ਼ਿੰਮੇਦਾਰ ਹੈ। ਠੀਕ ਹੋ ਗਿਆ, ਠੀਕ ਹੋ ਗਿਆ ਸਰ। ਉਹ ਬੰਦੇ ਨੇ ਖੁਦ ਜਨਾਬ ਮੇਰੀ ਉਹਨੇ ਇਹ ਗੱਲ ਕੀਤੀ। ਫਿਰ ਉਸ ਬੰਦੇ ਦੇ ਨਾਂ ਤੋਂ ਇੱਕ ਹੋਰ ਹੈਗਾ ਜੀ ਰਾਜਪੂਤ, ਰਾਇਲ ਰਾਜਪੂਤ, ਉਹ ਵੀ ਉਸ ਬੰਦੇ ਦਾ ਦਫਾ ਕਰਦਾ ਸੀ ਔਰ ਇਹ ਗੱਲ ਕਹਿੰਦਾ ਸੀਗਾ ਕਿ ਅਸੀਂ ਦੋਨੋਂ ਜਿਹੜੇ ਹੈਗੇ ਆ, ਅਸੀਂ ਮੁਫਤੀ ਮੁਬਸ਼ਰ ਸਾਹਿਬ ਦੇ ਸਟੂਡੈਂਟ ਹੈਗੇ ਆ। ਮੈਂ ਉਹਨਾਂ ਨੂੰ ਇਹ ਗੱਲ ਕੀਤੀ ਜੀ ਕਿ ਮੈਂ ਮੁਫਤੀ ਮੁਬਸ਼ਰ ਸਾਹਿਬ ਦੇ ਨਾਲ ਮੇਰੀ ਕਈ ਦਫਾ ਗੱਲਬਾਤ ਹੋ ਚੁੱਕੀ ਹੈ ਔਰ ਕਈ ਦਫਾ ਮੈਂ ਹੈਗਾ ਮੇਰੇ ਉਹਨਾਂ ਨੇ ਸਲਾਹ ਕੀਤੀ, ਉਹਨਾਂ ਨਾਲ ਮੇਰੇ ਸਵਾਲੋ ਜਵਾਬ ਵੀ ਹੋਏ ਨੇ। ਲੇਕਿਨ ਉਹਨਾਂ ਦਾ ਜਿਹੜਾ ਸਟੂਡੈਂਟ ਆ ਉਹ ਇੱਦਾਂ ਦੀ ਹਰਕਤ ਕਿਸੇ ਕੀਮਤ ਤੇ ਹੀ ਨਹੀਂ ਕਰਦਾ। ਮੈਂ ਭਾਵੇਂ ਉਹਦੇ ਸਟੂਡੈਂਟ ਜਾਣਦਾ ਹੈਗਾ, ਲੇਕਿਨ ਡਿਆ ਹੋਇਆ ਜਿਹੜਾ ਸ਼ਾਗਿਰਦ ਹੈ ਨਾ ਉਹ ਇਦਾਂ ਦੀ ਹਰਕਤ ਨਹੀਂ ਕਰਦਾ। ਉਹ ਤਾਂ ਕਾਦੀਆਨੀਆਂ ਦੇ ਕਲੇਜੇ ਚ ਇਦਾਂ ਵੱਜਦਾ। ਅਸੀਂ ਤੁਹਾਡਾ ਕੀ ਇਰਾਦਾ ਹੈ ਕਿ ਅਸੀਂ ਕੋਈ ਜਾਹਿਲਾਂ ਨੂੰ ਮਾਈਕ ਜ਼ਰਾ ਮਿਊਟ ਕਰੇ, ਤੁਹਾਡੀ ਤਰਫੋਂ ਸ਼ੋਰ ਆ ਰਿਹਾ ਹੈ। ਅਸੀਂ ਜਾਹਿਲਾਂ ਨੂੰ ਆਪਣੇ ਸ਼ਾਗਿਰਦ ਬਣਾਇਆ ਹੈ ਜਿਨ੍ਹਾਂ ਨੂੰ ਕੋਈ ਮਸਲਿਆਂ ਦਾ ਪਤਾ ਹੀ ਕੋਈ ਨਹੀਂ। ਤੇ ਕੀ ਮਤਲਬ ਹੈ ਵੇ ਕਿ ਅਸੀਂ ਸ਼ਾਗਿਰਦਾਂ ਨੂੰ ਇਹ ਤਾਲੀਮ ਦਿਆਂਗੇ ਕਿ ਤੁਸੀਂ ਜਿਹੜਾ ਵੇ ਇਹ ਝੂਠੀ ਮੂਠੀ ਦੀਆਂ ਆਈਡੀਆਂ ਬਣਾ ਲਓ, ਤੁਸੀਂ ਕਾਦੀਆਨੀ ਬਣ ਜਾਓ। ਅਸਤਗਫਿਰullah, ਸਾਨੂੰ ਇਹਨਾਂ ਸ਼ਰੀ ਮਸਲਿਆਂ ਦਾ ਨਹੀਂ ਪਤਾ। ਮੁਫਤੀ ਸਾਹਿਬ ਮੈਂ ਉਹਨਾਂ ਨੂੰ ਇਹ ਜਵਾਬ ਦਿੱਤਾ ਵਾ, ਮੈਂ ਕਿਹਾ ਮੈਂ ਮੁਫਤੀ ਮੁਬਸ਼ਰ ਸਾਹਿਬ ਦਾ ਇੱਕ ਸਟੂਡੈਂਟ ਹੈ ਨਾ, ਉਹ ਇਦਾਂ ਦੀ ਹਰਕਤ ਕਰਦੇ ਨਹੀਂ ਤੇ ਤੁਸੀਂ ਆਪਣੇ ਆਪ ਨੂੰ ਮੁਫਤੀ ਮੁਬਸ਼ਰ ਸਾਹਿਬ ਦੇ ਸਟੂਡੈਂਟ ਕਹਿ ਰਹੇ ਹੋ। ਮੈਂ ਕਿਹਾ ਸ਼ਰਮ ਕਰੋ। ਉਹਨਾਂ ਨਾਲ ਕਈਆਂ ਦਿਨਾਂ ਤੋਂ ਮੇਰਾ ਇਹ ਮਸਲਾ ਚੱਲ ਰਿਹਾ ਹੈਗਾ। ਮੈਂ ਕਿਹਾ ਵੀ ਇੱਕ ਦਫਾ ਮੈਂ ਕਿਹਾ ਮੈਂ ਮੁਫਤੀ ਮੁਬਸ਼ਰ ਸਾਹਿਬ ਕੋਲੋਂ ਮਾਈਕ ਮਿਊਟ ਕਰੋ ਜੀ, ਮਾਈਕ ਮਿਊਟ ਕਰੋ, ਮੈਂ ਦੱਸਣਾ ਵਾ। ਇਹ ਵੇਖੋ ਨਾ, ਬੜੇ ਲੋਕ ਨੇ। ਸਾਡਾ ਆਪਣਾ ਇੱਕ ਮੁਸ਼ਾਵਰਤੀ ਪੈਨਲ ਹੈ ਜਿਹਦੇ 'ਚ ਸਾਡੇ ਸਾਡੇ ਜਿਹੜੇ ਸਟੂਡੈਂਟ ਨੇ ਉਹ ਉਹਦੇ 'ਚ ਸ਼ਾਮਿਲ ਨੇ। ਸਾਡੀ ਜਿਹੜੀ ਖਤਮੇ ਨਬੂਵਤ ਦੀ ਬਾਡੀ ਹੈ ਉਹ ਉਹਦੇ ਵਿੱਚ ਸ਼ਾਮਿਲ ਹੈ। ਉੱਥੇ ਹਰ ਚੀਜ਼ ਦੀ ਮੁਸ਼ਾਵਰਤ ਹੁੰਦੀ ਹੈ ਔਰ ਇੱਕ ਇੱਕ ਆਈਡੀ ਦੇ ਬਾਰੇ ਗੁਫ਼ਤਗੂ ਹੁੰਦੀ ਹੈ। ਇਹ ਮਸਲੇ ਜਿਹੜੇ ਨੇ ਇਹ ਟਿਕਟਾਕ ਦੀਆਂ ਚੰਦ ਆਈਡੀਆਂ ਨੇ ਜਿਨ੍ਹਾਂ ਨੇ ਜਨਾਬ ਉਹ ਅਸਲ 'ਚ ਕੀ ਨੇ, ਮਿਰਜ਼ਾ ਜੂਨੀਅਰ ਜੇਲਮੀ ਦੇ ਸਟੂਡੈਂਟ ਨੇ। ਯਾਨੀ ਉਹ ਆਪਣਾ ਤਲਕ ਮਿਰਜ਼ਾ ਜੂਨੀਅਰ ਜੇਲਮੀ, ਉਹਨਾਂ ਦਾ ਮਿਰਜ਼ੇ ਜੂਨੀਅਰ ਦਾ ਕਦੀ ਇਹਨਾਂ ਨੇ ਰੱਦ ਕੀਤਾ ਕੋਈ ਨਹੀਂ। ਤੇ ਉਹ ਅੱਜ ਕੱਲ੍ਹ ਮਾਮੇ ਬਣ ਕੇ ਬਹਿ ਗਏ ਨੇ ਜੀ ਅਸੀਂ ਖਤਮੇ ਨਬੂਵਤ ਦੇ ਮੁਜਾਹਿਦ ਹਾਂ ਤੇ ਸਾਡਾ ਜੇ ਅਸੀਂ ਜੀ ਅਸੀਂ ਵੀ ਮੁਫਤੀ ਮੁਬਸ਼ਰ ਦੇ ਸ਼ਾਗਿਰਦ ਹਾਂ। ਉਹਨਾਂ ਨੇ ਕਿਧਰੋਂ ਸੁਣ ਲਿਆ ਕਿ ਜਿਹੜਾ ਹੁੰਦਾ ਵੇ ਉਹ ਕਹਿੰਦਾ ਜੀ ਉਸਤਾਦ ਜੀ, ਜ਼ਿਆਰਤੁਲ ਉੱਠਦਾ ਤੇ ਕਹਿੰਦਾ ਉਸਤਾਦ ਜੀ, ਤੇ ਆਸਫ ਕਹਿੰਦਾ ਤੇ ਉਸਤਾਦ ਜੀ, ਤੇ ਉਮਰ ਚੌਧਰੀ ਕਹਿੰਦਾ ਜੀ ਉਸਤਾਦ ਜੀ, ਅਸਦ ਕਹਿੰਦਾ ਜੀ ਉਸਤਾਦ ਜੀ। ਉਹਨਾਂ ਨੇ ਕਿਹਾ ਅਸੀਂ ਵੀ ਕਹਿਣਾ ਸ਼ੁਰੂ ਕਰ ਦੇਣਾ, ਕੋਈ ਨਹੀਂ। ਹਾਂਜੀ, ਤੇ ਉਹ ਇਹ ਸਮਝਦੇ ਨੇ ਪਏ ਉਹ ਪਾਗਲੋ, ਇਹ ਤੇ ਸਾਡੇ ਸੱਚੀ ਮੁੱਚੀ ਦੇ ਸ਼ਾਗਿਰਦ ਨੇ ਹੈ ਤੇ ਅਸੀਂ ਭਲਾ ਜਾਣਦੇ ਨਹੀਂ। ਤੇ ਉਹ ਰੋਲੇ ਇਹਨਾਂ ਨੇ ਪਾਏ ਨੇ ਨਾ ਜੀ। ਉਹ ਇੱਕ ਜਿਹੜਾ ਵੇ ਇੱਕ ਬੰਦਾ ਰਾਫਜ਼ੀ ਹੈ, ਉਹ ਕਾਜ਼ਮੀ ਕੂਜ਼ਮੀ ਬਣਿਆ ਹੈ ਅੱਜ ਕੱਲ੍ਹ, ਤੇ ਉਹ ਨਾ ਆਂਦਾ ਉਹ ਝੂਠ ਬੋਲਦਾ, ਤੇ ਉਹ ਮਿਰਜ਼ਾ ਜੂਨੀਅਰ ਜੇਲਮੀ ਦਾ ਵੇ ਸਟੂਡੈਂਟ। ਉਹ ਐਲਾਨੀਆ ਤੌਰ ਤੇ ਆਂਦਾ ਮੈਂ ਉਹਦਾ ਸਟੂਡੈਂਟ। ਮੇਰੀ ਉਹਦੇ ਨਾਲ ਉਹਦੀ ਆਈਡੀ ਹੈ ਸੋਸ਼ਲ ਚੁਆਇਸ, ਔਰ ਅੱਜ ਕੱਲ੍ਹ ਉਹ ਖਲੀਫਾ ਵਕਤ ਦੀ ਆਈਡੀ ਤੋਂ ਵੀ ਆ ਰਿਹਾ। 2-3 ਉਹਦੀਆਂ ਆਈਡੀਆਂ ਨੇ। ਤੇ ਇਹ ਉਹੀ ਬੰਦਾ ਵੇ ਜਿਹੜਾ ਬਿਲਕੁਲ ਤੁਸੀਂ ਬਜਾ ਗਿਆ ਤੁਸੀਂ। ਮੈਂ ਦੇਖੀ ਉਹ ਵੀ ਆਈਡੀ, ਉਸ ਆਈਡੀ ਤੇ ਵੀ ਮੇਰੀ ਉਹਨਾਂ ਨਾਲ ਗੱਲ ਹੋ ਚੁੱਕੀ ਹੈ। ਸੁਣੋ ਨਾ ਜੀ, ਮੈਂ ਸਭ ਦੱਸਣਾ ਵਾ, ਅਸੀਂ ਬੱਚੇ ਕਾਕੇ ਨਹੀਂ ਹੈ। ਇਹ ਅਸੀਂ ਸੋਸ਼ਲ ਮੀਡੀਆ ਸਾਡੇ ਹੱਥਾਂ ਦੀ ਮੈਲ ਹੈ। ਅਸੀਂ ਇਹ ਤੇ ਕੱਲ ਦੇ ਬੱਚੇ ਨੇ, ਇਹਨਾਂ ਨੂੰ ਕੀ ਪਤਾ ਹੋਵੇ, ਇਹ ਸਾਨੂੰ ਖਿਡਾਉਂਦੇ ਨੇ ਪਏ।
ਤੇ ਇਹੋ ਹੀ ਬੰਦਾ ਦੀ ਇੱਕ ਹੋਰ ਆਈਡੀ ਹੈ, ਉਹ ਵੇ ਮੀਆਂ ਹਮਜ਼ਾ ਦੇ ਨਾਮ ਦੀ। ਅੱਛਾ, ਹੁਣ ਉਸ ਆਈਡੀ ਤੋਂ ਉਹਨੇ ਤਸਵੀਰ ਕੋਈ ਹੋਰ ਲਾਈ ਏ ਤੇ ਉੱਥੇ ਥੋੜੀ ਜਿਹੀ ਵਾਇਸ ਚੇਂਜਰ, ਕਿਉਂਕਿ ਸਾਊਂਡ ਕਾਰਡ ਨਿਕਲੇ ਨੇ ਤੇ ਵਾਇਸ ਜਿਹੜੀ ਮਰਜ਼ੀ ਬਣਾ ਲਓ, ਕੋਈ ਟੈਨਸ਼ਨ ਹੀ ਨਹੀਂ। ਉਹ ਅਸੀਂ ਜਾਣਦੇ ਹਾਂ ਕਿ ਅਸਲ ਗੇਮ ਕੀ ਹੋ ਰਹੀ ਹੈ। ਉਸ ਆਈਡੀ ਤੋਂ ਬਹਿ ਕੇ ਉਹ ਕੀ ਕਰਦਾ, ਦਿਓਬੰਦੀਆਂ ਨੂੰ ਗਾਲਾਂ ਕੱਢਦਾ। ਦਿਓਬੰਦੀ ਤੇ ਭਾਬੀ, ਉਹ ਤੁਹਾਡੀ ਭੈਣ ਦੀ, ਤੁਹਾਡੀ ਮਾਂ ਦੀ, ਇਹ ਉਹਨੇ ਉੱਥੇ ਬਹਿ ਕੇ ਇਹ ਕੰਮ ਕਰਨਾ ਹੁੰਦਾ। ਹੁਣ ਜਦੋਂ ਆਪਣੀ ਬਰਾੜ ਤੇ ਬੈਠਾ ਹੋਏਗਾ ਤੇ ਉਦੋਂ ਮਿਰਜ਼ਾ ਜੂਨੀਅਰ ਦਾ ਸਟੂਡੈਂਟ ਬਣ ਕੇ ਬਾਬਿਆਂ ਨੂੰ ਗਾਲਾਂ ਕੱਢੇਗਾ, ਤੁਹਾਡੇ ਬਾਬੇ ਇੰਝ ਤੇ ਤੁਹਾਡੇ ਬਾਬੇ ਇੰਝ, ਇਹ ਡਰਮ। ਹੁਣ ਉਹਨੇ ਜਨਾਬ ਅੱਜ ਕੱਲ ਰਾਬਤੇ ਕਰਨੇ ਸ਼ੁਰੂ ਕਰ ਦਿੱਤੇ ਨੇ ਸਾਡੇ ਮੁਜਾਹਿਦੀਨ ਖਤਮੇ ਨਬੂਵਤ ਦੇ ਨਾਲ। ਆਮਿਰ ਨਜ਼ੀਰ ਭਾਈ ਨੇ, ਇਹ ਜ਼ਿਆਰ ਰਸੂਲ ਇੰਝ ਕਰਕੇ ਉਹ ਨਾ ਵਿੱਚ ਵੜੇਗਾ ਨਾ। ਹੁਣ ਇਹ ਨੇ ਭੋਲੇ ਬਾਦਸ਼ਾਹ, ਇਹ ਨਵੇਂ ਆਏ ਨੇ, ਇਹਨਾਂ ਨੂੰ ਪਤਾ ਹੀ ਕੱਖ ਨਹੀਂ ਹਜੇ ਕਿ ਕੌਣ ਕੀ ਹੈ। ਉਹ 4 ਦਿਨ ਰਵੇਗਾ ਇਹਨਾਂ ਦੇ ਨਾਲ, ਬਾਅਦ ਚੋਂ ਕੰਮ ਇੰਨਾ ਕੁ ਮਜ਼ਬੂਤ ਹੋ ਜਾਏਗਾ ਕਿ ਭਾਈ ਜਿਹੜੇ ਬੰਦੇ ਸਾਡੀਆਂ ਬਰਾਡਾਂ ਤੇ ਆ ਕੇ ਇੱਕ ਪਲੇਟਫਾਰਮ ਤੇ ਹੀ 2 ਬੰਦਿਆਂ ਨੂੰ ਵੇਖ ਰਹੇ ਨੇ, ਉਹਨਾਂ ਨੇ ਤੇ ਸਾਰੀ ਦੁਨੀਆ ਨੇ ਕਹਿਣਾ ਕਿ ਭਾਈ ਇਹ ਤੇ ਵਾਕਈ ਭਾਈ ਇਹ ਇੱਕ ਹੀ ਨੇ। ਉਹ ਜਿਹੜੇ ਕੱਲ ਜੋ ਕੁਝ ਇਹਨਾਂ ਨੇ ਕ੍ਰੈਡਿਟ ਲੈਣਾ ਸੀ, ਉਹਨੂੰ ਅਸੀਂ ਪਹਿਲੇ ਹੀ ਬੇਨਕਾਬ ਕਰ ਦਿੱਤਾ ਕਿ ਇੰਝ ਹੋ ਰਿਹਾ ਜੇ। ਉਹ ਮੇਰੇ ਹੁਣੇ ਹੀ ਜਾਓ ਟਿਕਟਾਕ ਦੇ ਉੱਤੇ, ਮੈਂ ਵੀਡੀਓ ਅਪਲੋਡ ਕੀਤੀ ਜੇ, ਉਹ ਵੀਡੀਓ ਪਿੰਨ ਵੀ ਕੀਤੀ ਹੈ ਮੈਂ, ਤੇ ਪਹਿਲੀ ਵੀਡੀਓ ਹੀ ਹੋਵੇ, ਉਹ ਮੈਂ ਸਾਰਾ ਕੱਚਾ ਚੱਠਾ ਪਹਿਲੇ ਹੀ ਖੋਲ ਦਿੱਤਾ ਹੈ ਤਾਂ ਕਿ ਇੱਕ ਸਬੂਤ ਦੇ ਤੌਰ ਤੇ ਸਾਡੇ ਕੋਲ ਹੋਵੇ ਕਿ ਭਾਈ ਅਸੀਂ ਤੇ ਪਹਿਲੇ ਹੀ ਐਲਾਨ ਕੀਤਾ ਹੋਇਆ ਹੈ ਕਿ ਗੇਮ ਕੀ ਹੋ ਰਹੀ ਹੈ। ਤੇ ਬਹਰਹਾਲ ਭਾਈ ਭੇੜੀਏ ਜਿਹੜੇ ਨੇ ਨਾ, ਭੇੜ ਦੀ ਖਾਲ ਦੇ ਵਿੱਚ ਖਾਲਾਂ ਉਹਨਾਂ ਨੇ ਓੜ ਲਈਆਂ ਨੇ ਤੇ ਇਹ ਸਾਨੂੰ ਕਾਕਾ ਸਮਝਦੇ ਨੇ ਕਿ ਐਵੇਂ ਬਸ ਜਿੱਧਰ ਮਰਜ਼ੀ ਇਹਨਾਂ ਨੂੰ ਤੋਰਾਂਗੇ ਕੰਨ ਫੜ ਕੇ ਤੇ ਇਹ ਟੁਰ ਪੈਣਗੇ। ਤੇ ਇੰਝ ਨਹੀਂ ਭਾਈ, ਇੰਝ ਨਹੀਂ, ਗੇਮ ਸਾਡੇ ਨਾਲ ਸਿੱਧੀ ਖੇਡੋ। ਤੇ ਤੁਹਾਡਾ ਬਾਬਾ ਤੇ ਕਹਿੰਦਾ ਪਿਆ ਕਾਦੀਆਨੀ, ਮਿਰਜ਼ੇ ਕਾਦੀਆਨੀ ਨੇ ਨਬੂਵਤ ਦਾ ਦਾਵਾ ਕੀਤਾ ਹੀ ਕੋਈ ਨਹੀਂ ਹੈ। ਪਹਿਲੇ ਤੇ ਆਓ ਨਾ ਇੱਧਰ, ਸਾਨੂੰ ਪਹਿਲੇ ਸਾਡੇ ਨਾਲ ਮੁਨਾਜ਼ਰਾ ਕਰੋ ਤੁਸੀਂ, ਅਗਲੀ ਗੱਲ ਬਾਅਦ ਚੋਂ ਕਰਾਂਗੇ। ਅੱਜ ਤੁਸੀਂ ਜਨਾਬ ਖਤਮੇ ਨਬੂਵਤ ਦੀਆਂ ਬਰਾਡਾਂ ਕਰਦੇ ਹੋ ਪਏ। ਮੁਫਤੀ ਸਾਹਿਬ ਜਿੰਨਾ ਤੁਸੀਂ ਨਾਂ ਲਏ ਨਾ, ਇਹ ਖਲੀਫਾ ਵਕਤ, ਆਮਿਰ ਔਰ ਰॉय ਰਾਜਪੂਤ, ਇਹ ਜਿਹੜੀਆਂ ਆਈਡੀਆਂ ਆਈਆਂ ਆਮਿਰ ਨਜ਼ੀਰ ਸਾਹਿਬ ਦੀ ਬਰੋਡ ਤੇ ਬੈਠ ਕੇ ਗੱਲਾਂ ਬਾਤਾਂ ਹੁੰਦੀਆਂ। ਜਦੋਂ ਮੈਂ ਉੱਥੇ ਜਾ ਕੇ ਗੱਲ ਕੀਤੀ, ਉਹਨਾਂ ਨੇ ਮੈਨੂੰ ਮਿਊਟ ਕਰ ਦਿੱਤਾ, ਮੈਨੂੰ ਥੱਲੇ ਲਾ ਦਿੱਤਾ। ਉਹ ਬੰਦੇ ਇਹਨਾਂ ਲੋਕਾਂ ਦੀ ਫੁੱਲ ਹਮਾਇਤ ਕਰ ਰਹੇ ਨੇ ਜੀ। ਤੇ ਔਰ ਉਹਨਾਂ ਕਹਿੰਦੇ ਜੀ ਨਹੀਂ ਜੀ ਇਹ ਇੱਕ ਤਰੀਕਾਕਾਰ ਹੈਗਾ ਜੀ, ਅਸੀਂ ਸਵਾਲ ਕਰ ਰਹੇ ਸੀਗੇ ਜੀ ਕਿ ਐਸ ਤਰੀਕੇ ਨਾਲ ਉਹ ਇੱਕ ਕਰਦੇ। ਮੈਂ ਕਿਹਾ ਜੀ ਠੀਕ ਹੈ, ਮੈਂ ਮੰਨਦਾ। ਮੈਂ ਕਿਹਾ ਪਹਿਲੇ ਮੈਨੂੰ ਆਪਣੀ ਸ਼ਨਾਖਤ ਜਿਹੜੀ ਹੈਗੀ ਨਾ ਉਹ ਨਹੀਂ ਸੀ ਛੁਪਾਉਣੀ ਚਾਹੀਦੀ, ਮੈਨੂੰ ਚਾਹੀਦਾ ਸੀਗਾ ਕਿ ਦੇਖੋ ਜੀ ਸਾਡੀ ਮੈਂ ਗੱਲ ਨਿਕਲੀ ਏ ਕਿ ਕਾਸਮ ਨਾਮੀ ਆਈਡੀ ਦੇ ਬਾਰੇ ਵੀ ਸਾਡੀ ਡਿਸਕਸ ਹੋਈ ਏ ਆਪਣੇ ਪੈਨਲ ਦੇ ਵਿੱਚ। ਉਹ ਮੈਂ ਕਿਹਾ ਮਤਲਬ ਹੈ ਕਿ ਇਸ ਬੰਦੇ ਨੂੰ ਮੈਂ ਦੀਗਰ ਬਰਾਡਾਂ ਤੇ ਵੇਖਣਾ ਵਾ, ਏਡਾ ਸਾਡਾ ਸ਼ਾਗਿਰਦ ਹੁੰਦਾ ਤੇ ਕਦੀ ਸਾਡੀ ਬਰਾੜ ਤੇ ਤੁਹਾਨੂੰ ਵੇਖਿਆ ਜੇ? ਕਦੀ ਇੱਕ ਵਾਰੀ ਇਹ ਸਾਡੀ ਬਰਾਡਾਂ ਤੇ ਆਏ ਹੋਣ? ਐਲੀ ਦਾ ਮਲੰਗ ਬੈਠਾ ਜੇ ਕਦੀ ਸਾਡੀ ਬਰਾੜ ਤੇ ਆਇਆ ਹੋਏ? ਉਹ ਆ ਸ਼ੁਰਤਾ ਖਤਮੇ ਨਬੂਵਤ, ਉਹ ਕਦੀ ਸਾਡੀ ਬਰਾੜ ਤੇ ਆਇਆ ਹੋਏ? ਹਾਂਜੀ, ਇੰਝ 3-4 ਹੋਰ ਬੰਦੇ ਨੇ, ਕਦੀ ਸਾਡੀ ਬਰਾੜ ਤੇ ਇਹਨਾਂ ਨੂੰ ਕਦੀ ਵੇਖਿਆ ਹੋਏ? ਇਹਨਾਂ ਨੇ ਕਾਲ ਕੀਤੀ ਹੋਏ? ਕਦੀ ਨਹੀਂ ਕਰਨਗੇ। ਇਹਨਾਂ ਨੂੰ ਪਤਾ ਵੇ ਕਿ ਇਹ ਉਸਤਾਦ ਆਦਮੀ ਹੈ ਤੇ ਇਹ ਸਭ ਕੁਝ ਜਾਣਦਾ ਹੈ। ਇਹ ਮਾਮਲਾਤ ਨੇ ਨਾ ਜੀ, ਅਸੀਂ ਬੰਦੇ ਨੂੰ ਭਾਂਪ ਲੈਨੇ 2 ਮਿੰਟਾਂ ਦੇ ਵਿੱਚ। ਸਰ ਜੀ ਮੈਂ ਉਹਨਾਂ ਨੂੰ ਇਹ ਗੱਲ ਕੀਤੀ ਸੀ ਕਿ ਵੀ ਦੇਖੋ ਕਿ ਇੱਕ ਬੰਦਾ ਹੈਗਾ, ਮੈਂ ਮੁਸਲਮਾਨ ਹਾਂ ਨਾ, ਤੇ ਮੈਨੂੰ ਆਣ ਕੇ ਤੁਹਾਡੇ ਨਾਲ ਸਵਾਲ ਕਰਨਾ ਚਾਹੀਦਾ ਕਿ ਭਾਜੀ ਮੈਂ ਕਾਦੀਆਨੀਆਂ ਨੂੰ ਆਹ ਸਵਾਲ ਕਰਦਾ ਹੈਗਾ, ਉਹ ਅੱਗੋਂ ਮੈਨੂੰ ਆਹ ਜਵਾਬ ਦਿੰਦੇ, ਅੱਗੋਂ ਇਸ ਜਵਾਬ ਦਾ ਮੈਂ ਅੱਗੋਂ ਕਿਸ ਤਰੀਕੇ ਨਾਲ ਰੱਦ ਕਰ ਸਕਾਂ, ਕਿਉਂਕਿ ਇਸ ਤਰੀਕੇ ਨਾਲ ਦੂਸਰੇ ਬੰਦਿਆਂ ਨੂੰ ਮਾਲੂਮਾਤ ਪਹੁੰਚੀ ਇਸ ਚੀਜ਼ ਦੀ। ਠੀਕ ਹੈ ਨਾ, ਹੱਤਾ ਕਿ ਇਹ ਨਹੀਂ ਮੈਨੂੰ ਕਰਨਾ ਚਾਹੀਦਾ ਸੀਗਾ ਕਿ ਮੈਂ ਅਸਲ ਦੇ ਵਿੱਚ ਹੋਇਆ ਹੈ ਵੇ ਕਿ ਇਹਨਾਂ ਦੀ ਮਜਬੂਰੀ ਹੋ ਗਈ ਏ ਖਤਮੇ ਨਬੂਵਤ ਦੀਆਂ ਬਰਾਡਾਂ ਕਰਨੀਆਂ, ਕਿਉਂਕਿ ਇਹਨਾਂ ਮਰਜ਼ਈਆਂ ਦੇ ਉੱਤੇ ਇਹ ਸੀ ਕਿ ਭਾਈ ਇਹ ਕਾਦੀਆਨੀਆਂ ਦੇ ਯਾਰ ਨੇ। ਇਹਨਾਂ ਨੇ ਉਸ ਮਿਹਨੇ ਨੂੰ ਧੋਣ ਵਾਸਤੇ ਇਹਨਾਂ ਨੇ ਕਿਹਾ ਕਿਉਂ ਨਾ ਅਸੀਂ ਵੀ ਹੁਣ ਖਤਮੇ ਨਬੂਵਤ ਦੀਆਂ ਬਰਾਡਾਂ ਕਰਕੇ ਅਸੀਂ ਇਹ ਬਾਬਰ ਕਰਵਾਉਂਦੇ ਹਾਂ ਕਿ ਅਸੀਂ ਵੀ ਮੁਸਲਮਾਨ ਹੁੰਦੇ ਜੇ, ਅਸੀਂ ਵੀ ਖਤਮੇ ਨਬੂਵਤ ਦੇ ਬੜੇ ਮੁਜਾਹਿਦ ਜੇ। समझ आई कि नहीं? असल गेम है हो रही है। शाह जी कता कलामी की माफ़ी चाहूँगा, मेरे असल में जो ड्यूटी पे हूँ ज़रा साइड पे आया हूँ
ਠੀਕ ਹੋ ਗਿਆ ਮੁਫਤੀ ਸਾਹਿਬ, ਬੜੀ ਬੜੀ ਮਿਹਰਬਾਨੀ, ਤੁਸੀਂ ਸਾਡੀ ਸਲਾਹ ਕੀਤੀ। ਮੈਨੂੰ ਇਜਾਜ਼ਤ ਦਿਓ ਮੁਫਤੀ ਸਾਹਿਬ। ਜੀ ਜੀ ਜੀ, ਅੱਲਾ ਦੇ ਵਾਲੇ। ਅਗਰ ਫਿਰ ਵੀ ਅਗਰ ਕੋਈ ਤੁਹਾਡੇ ਨਾਲ ਮੈਨੂੰ ਕੋਈ ਹੋਏਗਾ ਕਿ ਕੋਈ ਯਾਨੀ ਕਿ ਇਸ ਚੀਜ਼ ਦੇ ਮੁਤਲਕ ਕੋਈ ਗੱਲਬਾਤ ਮਜ਼ੀਦ ਹੋਏਗੀ ਨਾ, ਤੇ ਮੈਂ ਤੁਹਾਡੇ ਕੋਲ ਮਜ਼ੀਦ ਇਹਦੇ ਮੁਤਲਕ ਜਿਹੜਾ ਹੈਗਾ ਉਹ ਮਸ਼ਵਰਾ ਕਰਾਂਗਾ ਜੀ, ਠੀਕ ਹੈ। ਤੇ ਤੁਹਾਨੂੰ ਮੈਂ ਫੋਲੋ ਵੀ ਕੀਤਾ ਸੀ, ਪਤਾ ਨਹੀਂ ਤੁਹਾਡੀ ਆਈਡੀ ਮੇਰੇ ਨਾਲ ਕਿਉਂ ਨਹੀਂ ਸ਼ੋ ਹੋਣ ਲਈ। ਇੱਕ ਦੋ ਦਫਾ ਮੈਂ ਪਹਿਲੇ ਵੀ ਫੋਲੋ ਤੁਹਾਨੂੰ ਕੀਤਾ ਹੈਗਾ ਆਈਡੀ ਤੋਂ, ਤੇ ਉਹ ਸਰ ਪਤਾ ਨਹੀਂ ਕੀ ਕੋਈ ਮਸਲਾ ਬਣ ਜਾਂਦਾ ਹੈਗਾ, ਜਾਂ ਕੋਈ ਅਨਫੋਲੋ ਹੋ ਜਾਂਦਾ, ਜਾਂ ਕੋਈ ਤੁਹਾਡਾ ਮੋਡੀਰੇਟਰ ਕਰ ਜਾਂਦਾ ਹੈਗਾ, ਕੋਈ ਸਮਝ ਨਹੀਂ ਆ ਰਹੀ ਹੈਗੀ। ਤੇ ਹੁਣ ਮੈਂ ਤੁਹਾਨੂੰ ਫਿਰ ਫੋਲੋ ਕਰ ਦਾਂਗਾ, ਤੁਸੀਂ ਮੈਨੂੰ ਬੈਕ ਫੋਲੋ ਦੇ ਦੇ। ਕੋਈ ਮਸਲਾ ਹੋਏਗਾ ਤਾਂ ਮੈਂ ਤੁਹਾਨੂੰ ਫਿਰ ਇਨਬਾਕਸ ਦੇ ਵਿੱਚ ਤੁਹਾਨੂੰ ਪੁੱਛ ਲਵਾਂਗਾ ਜੀ, ਠੀਕ ਹੈ ਜੀ। ਜੀ ਜੀ, ਅੱਲਾ ਖੈਰ ਓਕੇ ਹੋ ਗਿਆ ਜੀ, ਬੜੀ ਮਿਹਰਬਾਨੀ ਮੁਫਤੀ ਸਾਹਿਬ, ਤੁਸੀਂ ਸਾਡੀ ਸਲਾਹ ਕੀਤੀ ਹੈਗੀ ਆ, ਔਰ ਤੁਸੀਂ ਸਾਨੂੰ ਸਿੱਧੇ ਰਾਹ ਤੇ ਚੱਲਣ ਵਾਸਤੇ ਸਾਡੀ ਤੁਸੀਂ ਮਦਦ ਕਰਦੇ ਪਏ ਹੋ ਅੱਲਾ ਦੇ ਨਾਂ ਤੇ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ ਜੀ। ਤੇ ਇਨਸ਼ਾਅੱਲਾ ਅਸੀਂ ਤੁਹਾਡੇ ਪਿੱਛੇ ਹੈਗੇ, ਤੁਸੀਂ ਤੇ ਸਾਡੇ ਲੀਡਰ ਹੋ ਜੀ, ਤੇ ਖਾਸ ਤੌਰ ਤੇ ਇਹਨਾਂ ਦੇ ਯਾਨੀ ਕਿ ਕਾਦੀਆਨੀ ਕੁੱਤੇ ਮਾਰ ਮੁਹਿੰਮ ਦੇ ਵਿੱਚ ਜੀ। ਤੇ ਅਸੀਂ ਤੁਹਾਡੇ ਪਿੱਛੇ ਹਾਂ ਜੀ, ਜਿੰਨੇ ਜੋਗੇ ਹੈਗੇ ਅਸੀਂ ਤੁਹਾਡੇ ਨਾਲ ਖੜੇ। ਜਿੱਥੇ ਕਿਤੇ ਸਾਨੂੰ ਕੋਈ ਮੁਸ਼ਕਲ ਪੇਸ਼ ਆਏਗੀ ਅਸੀਂ ਤੁਹਾਡੇ ਕੋਲ ਮਸ਼ਵਰਾ ਲਵਾਂਗੇ ਜੀ। ਤੇ ਬੜੀ ਮਿਹਰਬਾਨੀ ਜੀ, ਓਕੇ ਜੀ, ਅੱਲਾ ਦੇ ਵਾਲੇ जी, अल्लाह दे। जी जनाब, मेरी आवाज आ रही है? वालेकुम सलाम जी, आवाज आ रही है। शोर हुआ तो मैं माजरत चाहूंगा, ड्यूटी पे हूँ। शाह जी ऐसी बात नहीं है, मैं आपकी ब्रॉड पे बहुत दफा आया हूँ। माशाल्लाह आपके चाहत करने वाले बहुत ज्यादा लोग होते हैं, तो हम तो लाइन में लगे रहते हैं। सब बताएं, सबसे पहले ये बताएं, इंजीनियर मिर्जा मोहम्मद अली जी जी, जेलमी मैं को आप क्या दोनों ही मिर्जा ते लानत पांदे जी, मेरी तरफ दोनों अब्बा निका बच्चा ते दोनों मेरे वालों दोनों ही जड़े लानती है, ठीक है। बस ठीक हो क्लियर गया, होगी ये बात। अल्हम्दुलिल्लाह पीर नसीरुद्दीन शाह साहब के हाथ में बड़े छोटे सी उम्र में मैं जो सा ना बैत हो गया था ਇਹ ਜਿਹੜਾ ਜੇ ਹੁਣ ਤੁਹਾਡੇ ਤੇ ਇੱਕ ਬੰਦੇ ਨੇ ਗੱਲ ਕੀਤੀ ਹੈ ਜੀ, ਤੁਸੀਂ ਦਿਫਾ ਕਰਦੇ ਹੋ ਇਹਦਾ ਸੋਸ਼ਲ ਚੁਆਇਸ ਤੇ ਖਲੀਫਾ वक्त काज़मी कूज़मी है जी। मैं बिल्कुल बिल्कुल, आप हमारे बड़े हैं, आपके सामने वजाहत करना हम अपने आप पे फर्ज समझते हैं। सोशल की फर्स्ट टाइम मैं गया था तो ये तौहीद पे कोई कर रहे थे, मैं नया था टिकटॉक पे, लेकिन वो जब आला हजरत की कोई बातें शुरू की ना उन्होंने, तो मैंने उनके सामने दो चीजें रखी, एक अनमता अलैहिम और बुखारी की हदीस रखी है 6502। मैंने कहा यार ये मुझे जरा आप ठीक है या का नाबुदु व या का नस्ताईन का बिल्कुल माला जपते हैं, जपनी चाहिए, लेकिन ये बैलेंस करके चलना पड़ता है। ये अनमता अलैहिम पे जरा वजाहत करें और इसको सपोर्ट कर रही है हदीस बुखारी की 6502, तो मुझे जरा इसका जवाब दे, आप इसके बारे में क्या सोचते हैं। शाह जी वो दिन गया, आज का दिन आया, मैं उसके पीछे हूँ बंदे के। उस सेंस में मैं अक्सर उसको कह रहा होता हूँ, कभी वो मेरे उसका आमना सामना हो जाए तो मैं कह देता हूँ यार मैं इससे बड़ी मोहब्बत करता हूँ, मुझे ये बंदे ने अभी तक जवाब नहीं दिया। अब मुझे नहीं पता ये लोग कैसे इसको ले गए, मैं माजरत चाहूंगा। ठीक हो गया, चलो क्लियर तो होया ना, एक बंदा तो क्लियर होया ना। ਤੁਹਾਡਾ नाम की है असली? जी मेरा नाम अदील है और मैं ये ज़िया भाई की ब्रॉड पे अक्सर आता रहता हूँ। ये भी चले मिसअंडरस्टैंडिंग है आपकी, और ज़िया भाई मेरी भी ब्रॉड पे पहले आते रहे, लेकिन शायद कोई मेरा सोशल बाइकआउट हुआ है आप लोगों की तरफ से। अभी 1-2 हफ्ते से आना इन्होंने बंद कर दिया है। इससे पहले मैं दसिया ना जो कुछ है क्लियर कीती है जी। जी जी बिल्कुल बिल्कुल, ਜਿਹੜੀ ਗੱਲ ਹੈ ਮੈਂ ਤੇ ਤੁਹਾਡੇ ਮੂੰਹ ਤੇ ਕੀਤੀ ਹੈ ਨਾ ਜੀ, ਜੋ ਅਸੀਂ ਮੁਨਾਫਿਕ ਲੋਕ ਨਹੀਂ। शाह जी मेरी खुशकिस्मती है, मैंने शायद कोई सुनने वाला, मैंने पहले भी ये बात की थी। ਗੱਲ ਹੈ ਵੇ ਅਦੀਲ ਮੀਆਂ ਕਿ ਸਾਡੇ ਜਿਹੜੇ ਨੇ ਨਾ ਸਟੂਡੈਂਟ, ਜਾਂ ਤੇ ਅਸੀਂ ਸਟੂਡੈਂਟ ਬਣਾਉਂਦੇ ਨਹੀਂ, ਤੇ ਜਿਨ੍ਹਾਂ ਨੂੰ ਅਸੀਂ ਸਟੂਡੈਂਟ ਕਹਿੰਦੇ ਜਾਂ ਇਹ ਸਾਨੂੰ ਉਸਤਾਦ ਕਹਿੰਦੇ ਨੇ ਨਾ, ਤੇ ਉਹਦਾ ਫਿਰ ਇਹ ਪਾਸ ਵੀ ਰੱਖਣ ਵਾਲੀ ਕੌਮ ਹੈ। ਇਹਨਾਂ ਨੂੰ ਜਿਹੜਾ ਕਾਸ਼ਨ ਦੇਣਾ ਇਹਨਾਂ ਨੇ ਉਹੀ ਕਰਨਾ ਹੈ, ਇਹਨਾਂ ਨੇ ਉਸ ਤੋਂ ਰੱਤੀ ਬਰਾਬਰ ਵੀ ਇੱਧਰ ਉੱਧਰ नहीं जाना। हाँ जी, वो है गल जी। शाह जी मैं असल में आपको बस ये मिसअंडरस्टैंडिंग हो गई कि आपकी ब्रॉड में बहुत दफा आया हूँ, और इतनी लाइन लगी होती है, मुझे कभी मतलब चांस ही नहीं मिला ना ऊपर आने का। तो ज़िया भाई की तो चलो इधर जब भी आते हैं, जब भी पूछ लें, कई दफा इनकी ब्रॉड पे हूँ, ऐसा नहीं है। और बस चले, वो मेरी आज खुशकिस्मती है, फर्स्ट टाइम ही मेरी आपसे बात हो रही है। और मेरी ख्वाहिश थी, मैंने इवन आपके किसी स्टूडेंट से बात की थी, मे बी काशिफ भाई थे, उन्हें मैंने कहा यार मेरी ख्वाहिश है कभी मुफ्ती साहब से मेरी भी गुफ्तगू हो जाए ना। तो आई होप कि ये सारी मिसअंडरस्टैंडिंग है वो क्लियर होगी। और थोड़ा सा हम है असल में है शाह जी थोड़े स्टूडेंट टाइप के ना, यूनिवर्सिटी वाले हैं ना, तो हमारा वो वाला अंदाज थोड़ा सा टाइम लगेगा, जो आप लोगों का अंदाज है थोड़ा समझने में। तो अगर कोई ऊंच नीच हो जाए तो माफी दे दिया करें, छोटे भाई छोटे जैसे बच्चे होते हैं ना, उस तरह समझ के बस थोड़ी सी हाथ होला रखा करें। नहीं हाथ होला तो ठीक है, लेकिन ਜਦੋਂ ਨਾ ਕੋਈ ਚੀਜ਼ ਨਜ਼ਰ ਆ ਜਾਏ ਨਾ ਤੇ ਉਦੋਂ ਕੰਮ ਖਰਾਬ ਹੁੰਦਾ ਹੈ। ਵੇਖੋ ਨਾ ਜੇ ਹੁਣ ਤੁਹਾਡੇ ਸਾਹਮਣੇ ਬਹਿ ਕੇ ਆਸਫ ਕਹਿ ਰਿਹਾ ਜੀ ਇਹ
ਉਹਦੇ ਸੋਸ਼ਲ ਚੁਆਇਸ ਮਰਜ਼ਈ ਦੀ ਫੇਵਰ ਕਰ ਰਹੇ ਸਨ ਔਰ ਹਮਾਇਤ ਕਰ ਰਹੇ ਸਨ। ਗੱਲ ਤੁਹਾਡੇ ਸਾਹਮਣੇ ਹੋਈ ਹੈ ਨਾ, ਅਸੀਂ ਕੋਈ ਪਿੱਛੇ ਪਰਦਾ ਨਹੀਂ ਇਸ ਟਾਈਮ ਕਰ ਰਹੇ, ਆमने सामने गल कर रहे हैं, गल है जी। मैं शाह जी उसके पास सिर्फ जवाब लेने के लिए जाता हूँ कि यार ये जरा अनहमदा अलैहिम को जो 6502 सपोर्ट कर रही है, ये मुझे जवाब तो दो ना, इय्या का नाबुदु व इय्या का नस्ताईन का तो माला आप लोग जपते हो, इधर भी आओ ना। मैं उस सेंस में उसे कहता हूँ कि मुझे कभी मेरा ਗੱਲ ਇੱਕ ਤੁਹਾਨੂੰ ਮੈਂ ਸ਼ਰੀਅਤ ਦੀ ਗੱਲ ਦੱਸ ਦਿਆਂ, ਸਾਨੂੰ ਹੁਕਮ ਜਿਹੜਾ ਵੇ ਨਾ ਸ਼ਰੀਅਤ ਨੇ ਦਿੱਤਾ ਹੈ ਕਿ ਤੋਹਮਤ ਦੀ ਜਗ੍ਹਾ ਤੋਂ ਵੀ ਬਚੋ। ਗੱਲ ਯਾਦ ਰੱਖਿਆ ਜੇ, ਮੈਂ ਤੁਹਾਨੂੰ ਸ਼ਰੀਅਤ ਦੀ ਗੱਲ ਦੱਸ ਰਿਹਾ, ਮੁਫਤੀ ਮੁਬਸ਼ਰ ਆਪਣੀ ਗੱਲ ਨਹੀਂ ਸੁਣਾ ਰਿਹਾ। ਜਿਹੜੀ ਜਗ੍ਹਾ ਤੇ ਤੋਹਮਤ ਲੱਗੇ ਨਾ ਤੁਹਾਡੇ ਤੇ, ਉਹ ਉੱਥੋਂ ਫਿਰ ਕਿਨਾਰਾ ਕਸ਼ੀ ਕਰ ਜਾਓ ਕਿ ਭਾਈ ਇੱਜ਼ਤ ਸਭ ਤੋਂ ਵੱਡੀ ਚੀਜ਼ ਹੈ। ਜੇ ਤੁਹਾਡੀ ਇੱਜ਼ਤ ਦੇ ਉੱਤੇ ਹਰਫ ਆ ਰਿਹਾ ਨਾ, ਤੁਹਾਡੇ ਤੇ ਸਮਝ ਰਹੇ ਹੋ ਕਿ ਕੋਈ ਇਲਜ਼ਾਮ ਲੱਗ ਜਾਏਗਾ, ਨਾ ਬਈ ਨਾ, ਉੱਥੋਂ ਫਿਰ ਕਿਨਾਰਾ ਕਰ ਜਾਓ, ਉਹ ਕੰਮ ਨਹੀਂ ਕਰਨਾ। ਤੇ ਉਹ ਇਹ ਵੇ ਕਿ ਆਪਣੀ ਬਰਾੜ ਤੇ ਬਹਿ ਕੇ ਕੋਈ 2-4 ਵਾਰੀ ਮਿਰਜ਼ੇ ਜੂਨੀਅਰ ਦੀ ਵੀ ਠੁਕਾਈ ਕਰੋ, ਤਾਂ ਕਿ ਉਹ ਜਿਹੜਾ ਤੁਹਾਡੇ ਤੇ ਇਲਜ਼ਾਮ ਹੈ ਨਾ ਇੱਕ, ਉਹ ਧੁੱਪ ਜਾਏ। ਉਹ ਲੋਕਾਂ ਨੂੰ ਫਿਰ ਆਪੇ ਹੀ ਪਤਾ ਚੱਲ ਜਾਏਗਾ ਕਿ ਨਹੀਂ ਭਾਈ ਇਹ ਬੰਦਾ ਤੇ ਖਰਾ ਹੈ, ਇਹ ਕੋਈ ਮੁਨਾਫਕ ਨਹੀਂ ਹੈ, ਉਹ ਇਹ ਤਰੀਕਾਕਾਰ। ਤੇ ਚਲੋ ਜੀ ਇਹ ਵੀ ਕਲੀਅਰ ਹੋ ਗਿਆ। ਤੇ ਜ਼ਿਆ ਤੂੰ ਕੁਝ ਕਹਿਣ ਲੱਗਾ ਸੀ? ਜ਼ਿਆ ਜੀ ਸਰ ਜੀ, ਮੈਂ ਤਾਂ ਇਹ ਦੱਸ ਰਿਹਾ ਸੀ ਕਿ ਮੈਂ ਕੁਝ ਦਿਨ ਵੈਸੇ ਬਿਜ਼ੀ ਸੀ, ਮੈਂ ਤਾਂ ਆਪਣੀ ਵੀ ਬਰਾਡ ਘੱਟ ਹੀ ਕੀਤੀ ਹੈ ਕੁਝ ਦਿਨ ਵਿੱਚ, ਹਫਤਾ ਤਕਰੀਬਨ। ਹਾਂਜੀ ਹਾਂ, ਤੇ ਉਹ ਮੈਂ ਇਸ ਮਸਲੇ ਤੋਂ ਨਹੀਂ। ਹਾਂਜੀ, ਉਹ ਤੇ ਸਾਰਿਆਂ ਨੂੰ ਪਤਾ ਹੈ ਨਾ, ਉਹ ਤੇ ਹਾਂਜੀ। ਤੇ ਉਹ ਇਹ ਵੇ ਕਿ ਯਾਰ ਤੂੰ ਤੇ ਤੈਨੂੰ ਅਜੇ ਹਫਤਾ ਡੇਢ ਹੀ ਹੋਇਆ ਨਾ ਟਿਕਟਾਕ ਤੇ ਆਇਆ? ਆਲਮੋਸਟ ਮਹੀਨਾ ਹੋ ਗਿਆ, ਵਿੱਚੋਂ ਹਫਤਾ ਗਾਇਬ ਰਿਹਾ, ਸਮਝ ਲਓ 2 ਹਫ਼ਤੇ 3 ਹਫ਼ਤੇ ਲਾ ਲਓ। 2-3 ਹਫ਼ਤੇ। ਤੇ ਉਹ ਇੰਨੀ ਦੇਰ ਚ ਕੀ ਪਤਾ ਚੱਲਣਾ? ਉਹ ਤੇ ਜਿਹਨੂੰ ਟਾਕਿੰਗ ਹੋਏਗੀ, ਜਦੋਂ ਕਿਸੇ ਨਾਲ ਉੱਠੋ ਬੋਵੋਗੇ, ਹੌਲੀ ਹੌਲੀ ਤੁਹਾਨੂੰ ਪਤਾ ਚੱਲੇਗਾ। ਤੇ ਮੈਨੂੰ ਖੁਦ ਜ਼ਾਤੀ ਤੌਰ ਤੇ ਸਮਝਣ ਦੇ ਵਿੱਚ ਮੈਨੂੰ ਵਕਤ ਲੱਗੇ, ਇੱਕਦਮ ਨਹੀਂ ਸਮਝ ਆਈ ਕਿ ਇੱਥੇ ਬੰਦਾ ਕੀ ਹੈ ਪਿਆ, ਤੇ ਕਿੰਨੇ ਕੀ ਨਕਾਬ ਓੜੇ ਨੇ, ਜਾਂ ਕੌਣ ਕੀ ਹੈ, ਉਹਨੇ ਬੁੱਕਲ ਚ ਕੀ ਸਮੇਟੇ ਹੈ, ਉਹ ਮੈਨੂੰ ਸਮਝਣ ਚ ਵਕਤ ਲੱਗੇ। ਤੇ ਹਜੇ ਤੱਕ ਅਸੀਂ ਸਿੱਖ ਰਹੇ ਹਾਂ ਤੇ ਸੰਭਲ ਰਹੇ ਹਾਂ ਔਰ ਇਹਨਾਂ ਲੋਕਾਂ ਨੂੰ ਪਹਿਚਾਨ ਰਹੇ ਹਾਂ। ਦੁਸ਼ਮਣ ਨੂੰ ਪਹਿਚਾਨਣਾ ਅਸਲ ਚੀਜ਼ ਹੈ। ਜੇ ਦੁਸ਼ਮਣ ਨੂੰ ਪਹਿਚਾਨੋਗੇ ਨਹੀਂ ਤੇ ਜੰਗ ਹਾਰ ਜਾਓਗੇ। ਅਸਲ ਚੀਜ਼ ਹੈ ਦੁਸ਼ਮਣ ਨੂੰ ਪਹਿਚਾਨਣਾ। ਤੇ ਦੁਸ਼ਮਣ ਨੂੰ ਫੜਨ ਵਾਸਤੇ ਪਹਿਲੇ ਸ਼ੱਕ ਹੀ ਕੀਤਾ ਜਾਂਦਾ ਹੈ। ਦੁਨੀਆ ਦਾ ਅਸੂਲ ਹੈ ਕਿ ਜਦੋਂ ਵੀ ਚੋਰ ਨੂੰ ਫੜਿਆ ਜਾਏਗਾ, ਪਹਿਲੇ ਸ਼ੱਕ ਦੀ ਬੁਨਿਆਦ ਤੇ ਫੜਿਆ ਜਾਏਗਾ, ਉਸ ਤੋਂ ਬਾਅਦ ਉਹਦੇ ਉੱਤੇ ਇਨਕੁਆਇਰੀ ਹੋਏਗੀ ਔਰ ਸਬੂਤ ਇਕੱਠੇ ਕਰਕੇ ਉਹ ਮਿਕਸ ਕੀਤੇ ਜਾਣਗੇ। ਤੇ ਕਾਸ਼ੀ ਆ ਗਿਆ। ਕਾਸ਼ੀ ਭਾਈ ਕੀ ਹਾਲ ਹੈ? अस्सलाम वालेकुम रहमतुल्लाहि व बरकातुहू। शाह साहब कैसे हैं, क्या हाल चाल, कैसी तबीयत? जी अल्हम्दुलिल्लाह। सुनाओ शाह साहब, एक मसला लेके आया हूँ। जी जी सुनाओ जी। मसला ਵੱਡੇ ਤੇ ਨਿੱਕੇ ਮਿਰਜ਼ੇ ਤੋਂ हट के है जी। मसला ये है कि एक बंदा दोस्त ही मेरा, तो उसने मुझे बात बताई, मैंने कहा चलो मैं पूछ के बताऊंगा आपको। तो वो कह रहे कि यार इस मसले का हल चाहिए कि उसने कसम डाली है एक काम ना करने की कि अगर ये मैं काम करूं तो काफिर हो जाऊं, लेकिन वो काम उससे दोबारा हो गया। अच्छा। मैंने तो सिखाया भाई दोबारा तो तौबा करके कलमा पढ़ ले। तो शाह साहब ये इसका क्या इलाज है? हाँ चले मैं 1 मिनट करें बताता हूँ। पता है क्या, बंदा कोई काफिर ऐसे नहीं होता। कुफर जो होता है वो इरादा जब तक ना होगा तो कुफर नहीं होगा। जब तक इरादा नहीं होगा कुफर नहीं होगा। एक लजूम कुफर होता है, एक इल्तिजाम कुफर होता है। कुफर का इल्तिजाम करना एक अलग चीज़ है, कुफर लाजिम हो जाना एक अलग चीज़ है। ज़मीन आसमान का फ़र्क है। इसके ऊपर मुफस्सल मैंने गुफ्तगू की है। आजिज़ की जो किताब है ना, गालबन 200 झूठ उसी में है, उसी में उसके मुकदमे में आप देखेंगे ना तो उसमें आपको तफसील मिल जाएगी। अच्छा बात यह है कि जब तक नीयत नहीं होनी
जितने बड़े भी आप वो बज़ाहिर गुस्ताखी नजर आ रही है या कुफर नजर आ रहा है, लेकिन जब तक उस बंदे की अपनी नीयत नहीं ना होनी, कुफर नहीं होना, उसको काफर नहीं कह सकते। हाँ, उसके कौल को या फेल को आप जरूर कहें कि इसका कौल या फेल वो कुफर है, लेकिन उसकी जब नीयत ही नहीं है बेचारे की, हो उसके अंदर 100 किस्म के वो निकल सकते हैं कि यार हो सकता है गलती से हो गया हो सकता है ये बीमार हो सकता है कि इसको भूलने की बीमारी हो सकता है कि ये करना कुछ और चाह रहा था, हो इससे ये गया हो, तो 100 किस्म के वो उसके बचने के रास्ते मौजूद हैं। लेकिन जब तक नीयत नहीं होगी, कुफर काफिर नहीं उसको कहेंगे। तो अगली चीज ये है कि अगर अच्छा ये भी हो सकता है कि एक बंदा एक चीज को कुफर जान रहा है, लेकिन दारुल इफ्ताह में जब वो चीज जाए तो हो सकता है वो कुफर ना हो। ये ऐसे ही है कि जैसे एक शख्स ने अपने तय समझ लिया कि मैंने अपनी औरत को तलाक दे दी हुई है, लेकिन वो तलाक नहीं थी, वो कुछ और था, ठीक है ना। तो ये है कि जब दारुल इफ्ताह में फिर वो जाती है ना, उसके ऊपर डिस्कस होते ही है कि क्या अल्फाज थे तुम्हारे, हालातों वाकयात क्या थे, क्या मुज़ाकरा तलाक तो नहीं चल रहा था, लफ्ज बता। बंदा कहता तलाक, फकत तलाक कहने से तो तलाक नहीं होती। मुज़ाकरा तलाक अगर ना हो, अगर मुज़ाकरा तलाक हो तो ये लफ्ज भी जो है ना वो तलाक शुमार होगा। एक मुज़ाकरा तलाक भी नहीं है, वैसे ही उसके मुंह से तलाक लफ्ज निकला है, तो इससे तो नहीं होगी। वो जब तक के इजाफी कोई सीगा ना बोलेगा कि मैं तुझे तलाक देता हूं, तो इजाफत जब तक नहीं करेगा नहीं होगी। तो वो अपने तय लफ्ज से तलाक बोल के वो ये समझ के बैठा हुआ था कि तलाक हो गई हुई है, हालांकि नहीं हुई, तलाक हुई नहीं। तो कुफर का भी मामला ऐसा ही है कि कोई बंदा अपने तय समझता है कि मैं ये कुफर हो गया, कलमा कुफर हो गया, या मतलब मैं काफर हो गया, हालांकि वो नहीं है, कुछ भी नहीं है। तो बसा औकात ऐसे भी होता है। तो हर चीज का हल एक बताता हूं, वो ये है कि अल्लाह ने एक दरवाजा खोला हुआ है, जिसको वो है तौबा का दरवाजा। हजूर अलैहिस्सलाम फरमाते हैं कि अत्ताइबु मिन ज़ंबि कमन ला ज़ंबा लहू, कि तौबा करने वाला अल्लाह के हजूर ऐसे ही है जैसे उसने कभी कोई गुनाह किया ही नहीं है। और अल्लाह फरमाता है तूबू इलल्लाही तौबतन नसूहा, कि अल्लाह के हजूर पक्की सच्ची तौबा करो। और अच्छा तौबा क्या है, ये भी एक चीज है ना, इसको भी समझना कि तौबा किसको कहते हैं। तौबा का मतलब होता है रजू इलल्लाह, या रजू, मुतलक रजू। तौबा का मतलब होता है रजू, पलट के देखना या पलट आना। कोई बंदा 2 कदम 3 कदम गया है, वापस आया ना, तो हम ये कहेंगे कि हाजा ताइबुन, ये बंदा ताइब है, मतलब रजू करने वाला, पलटने वाला है। हाजा राजुलुन ताइबुन अरबी के अंदर बोलेंगे ना। तो ताइब तौबा करने वाला, मतलब रजू करने वाला। तो इंसान की जब रजू अल्लाह की तरफ होती है ना, तो वो ताइब कहलाता है, इसमें फाइल का सीगा है। और एक बात यहां बड़ी नुक्ते की है कि एक अल्लाह भी अपने बंदे की तरफ रजू करता है, अल्लाह भी तौबा करता है, रजू करता है। तो उस वक्त वो ताइब नहीं होता बल्कि तव्वाब होता है, मुबालगे का सीगा है। इसी ताइब का जब मुबालगा, इंतहाई मुबालगा करें तो वो तव्वाब बनता है। अल्लाह तव्वाब कैसे है कि बंदे ने एक दफा कहा मेरे अल्लाह, तो अल्लाह ने 70 दफा उसकी तरफ नजरे करम की, 70 माओं से ज्यादा प्यार किया। उसने कहा बता मेरे बंदे क्या है, बता मेरे बंदे क्या है। तो इसलिए वो तव्वाब है, यानी बहुत ज्यादा रजू करने वाला। तो ये एक दरवाजा ऐसा है, जितनी बड़ी भी गलती हो जाए, खता सरजद हो जाए, तौबा कर लो, बस 2 आंसू बहाने हैं बस,
गिड़गड़ा के अल्लाह के हजूर, बस सब ऐसे बिल्कुल कोरे चिट्टे हो जाने आपने, जैसे अभी माँ के पेट से अभी आपने जन्म लिया, तो नवे सिरे तो नेकियां शुरू कर दियो, फिर अल्लाह खैर कीती तो पिछलियां भी वापस आ जाएंगियां इंशाअल्लाह। पिछलियां भी जड़ियां कीतियां थे वो किधरे नहीं गईयां। ते तौबा एक बेहतरीन दरवाज़ा है, तो इस दरवाज़े को इस्तेमाल करते रहना चाहिए। हजूर अलैहिस्सलाम के बारे में आता है कि आप तौबा की बहुत कसरत करते थे हजूर, तो तौबा क्या करें। रिज़्क पाने का एक नुस्खा है, वजीफा है, जो तौबा ज्यादा करते हैं ना उसके रिज़्क में इजाफा होता है। जो बंदा मुफलिस हो ना उसको कहो कि तू तौबा किया कर, अल्लाह के हजूर तौबा किया कर, तेरे रिज़्क में इजाफा हो जाएगा। तौबा की कसरत करो, आपका रिज़्क में इजाफा हो जाएगा, गैबी रिज़्क मिलेगा आपको। आपको समझ में भी नहीं आना रिज़्क कहाँ से रहे, क्योंकि कुरान में ये अल्लाह खुद कहता है ना, मैं तुझे फिर वहां से रिज़्क दूंगा जहां से तुझे फिर खबर भी नहीं होगी। समझ आई कि नहीं ये बातें। जी काशी भाई। सही सही, जज़ाकल्लाह खैर शाह साहब, जज़ाकल्लाह खैर, शुक्रिया, थैंक यू सो मच। मैं बता दूंगा, वो एक्चुअली टेंशन में थे एक हफ्ते पिछले से, उसे समझ नहीं आ रही थी। नहीं वो जी टेंशन है ना, ओए होए वो ही तो टेंशन ने उन्होंने अल्लाह के करीब करना है। बिल्कुल ऐसे ही है। नहीं टेंशन एक तो यह वे कि कुफर नू हल्का लेना, या मतलब गलती ते गुनाह नू हल्का महसूस करना, ते जो टेंशन ही तो अल्लाह नू बड़ी पसंद है। ते वो टेंशन च रहना चाहिए भाई, तकलीफ तो रवे, थोड़ियां नींदा हराम हो जान, यार है मेरे को खता हुई है। हजरत अबुल हसन खरकानी रहमतुल्लाह अलैह दे बारे होंदा है कि एक बारी ना उन्होंने घर मेहमान आ गया ना, ते आपने ओदी जियाफत करने वास्ते ना मछली पका के रखी ओदे अगे, ते जो जान लगा ना तो ओदे हथ धोआन वास्ते आपने हमसाए दी दीवार तो थोड़ी जी मिट्टी लैके ना ओदे हथ धोए। मेहमान चला गया ना, अबुल हसन खरकानी दे बाद च देन च आया कि तू अपने हमसाए दी दीवार तू बगैर ओदी इजाजत तू मिट्टी लैके तू इस्तेमाल की, तेनू हया नहीं आई। अल्लाह ने कल पूछ लिया हकूक अल इबाद दा ते मसला ही बड़ा वे, अल्लाह नाराज हो गया तो की जवाब देगा। किताबां च मिलता है अबुल हसन खरकानी ने उस अपने हमसाए को माफी मंगी, उन्हें माफी कर दिता। उन्हें कहा जी कोई मसला नहीं, लेकिन अबुल हसन खरकानी इस दुख दे नाल ना रोंदे रहे, 40 साल रोंदे रहे सन। साडा वो बाबा मिर्जा जूनियर जेल में खबीस जिन्होंने कहता है इन्हों का खुदा ही कोई होर है, वो जिदा खुदा कोई होर सी ना जिस बाबे दा, अबुल हसन खरकानी रहमतुल्लाह अलैह, वो 40 साल आहोजारी करते रहे अल्लाह दे। किताबां च मिलता है उन्होंने दी अखां दे थल्ले ना गड़े पै गए सन, रो रो के ना पानी दे गुजरन दे निशान वो पै गए सन। ए वे तौबा दी जड़ी है ना असल रूह, क्यों फिर रोए आहोजारी करे अल्लाह दे हजूर कि अल्लाह मेरे को गुनाह हो गया, ते मरते दम तक उस गुनाह की जड़ी एक टीस है ना वो उठती रहे। मेरे को होया सी तो होया क्यों। ते बाहर गल्लां थोड़ियां जियां उच्चियां ही कर गया वा, ते पता नहीं समझ भी आई है कि नहीं, अल्लाह ही खैर करे। नहीं समझ आ गई शाह साहब। जी नहीं हाजमे ना कमजोर ने, ते हैवी पोटेंसी जो गजा खाते ने ना, तो फिर मेदा कमजोर होए ना तो उल्टी कर दिंदा बंदा, तो फिर उल्टी दे भी चांस है ने ना जी काशी भाई।
ਸਮਝ ਰਹੇ ਸ਼ਾਹ ਸਾਹਿਬ, ਪਰ ਨਹੀਂ ਉਹ ਜੂਨੀਅਰ ਦੇ ਬੰਦੇ ਕੋਈ ਨਹੀਂ ਬੈਠੇ ਜਿਨ੍ਹਾਂ ਨੂੰ ਉਲਟੀ ਆਊਗੀ। ਉਹ ਬੜੇ ਬੈਠੇ ਜੇ, ਕੀ ਹੋ ਰਹੀ ਤੇ ਕੀ ਪਤਾ ਚੱਲਦਾ। ਉਹ ਬਾਬਿਆਂ ਦਾ ਤੇ ਖੁਦਾ ਕੋਈ ਹੋਰ ਹੋ ਗਿਆ। ਬਾਬੇ ਤੇ ਸਾਰੇ ਮੁਸ਼ਰਕ ਹੋ ਗਏ ਨੇ। ਇਹ ਸਿਰਫ ਇੱਕ ਮਿਰਜ਼ਾ ਜੂਨੀਅਰ ਜੇਲਮੀ ਬਚਿਆ ਜੇ, ਜਾਂ ਉਹਦੇ ਹਵਾਰੀ ਤਵਾਰੀ ਬਚੇ ਜੇ ਮੁਸਲਮਾਨ, ਬਾਕੀ ਦੇ ਸਾਰੇ ਮੁਸ਼ਰਕ ਤੇ ਕਾਫਰ ਤੇ ਉਹ ਇੰਜ ਦੇ ਲੋਕ ਨੇ। ਹਾਂਜੀ ਇਹ ਗੱਲਾਂ। ਅੱਛਾ ਸ਼ਾਹ ਸਾਹਿਬ, ਜਿਸ ਬਜ਼ੁਰਗ ਨੂੰ ਨਾ 70 ਵਾਰੀ ਬੇਦਾਰੀ ਸਰਕਾਰੇ ਦੋ ਆਲਮ ਜਾਨੇ ਜਾਨਾ ਰਹਿਮਤ ਅੱਲਾਹ ਆਲਮੀਨ ਦਾ ਦੀਦਾਰ ਹੋਇਆ, ਇਮਾਮ ਜਲਾਲੁਦੀਨ ਸਯੂਤੀ, ਉਹਨੂੰ ਕਹਿੰਦਾ ਸਯੂਤੀ ਤੇ ਬੜੀਆਂ ਗੇਮਾਂ ਕਰਦਾ ਸੀ, ਉਹਨੇ ਬੜੀਆਂ ਗੇਮਾਂ ਪਾਈਆਂ ਆਪਣੀਆਂ ਕਿਤਾਬਾਂ ਦੇ ਵਿੱਚ। ਬੜਾ ਨਾ ਯਾਰ ਕਿੱਦਾਂ, ਮਤਲਬ ਗੱਲ ਕਿਸ ਤਰ੍ਹਾਂ ਕਰ ਗਿਆ ਦੇਖੋ ਤੁਸੀਂ। ਹਜ਼ਰਤ ਇਮਾਮ ਕਦੂਰੀ ਰਹਿਮਤੁल्लाह अलैह ਨੂੰ ਜਿਹੜੇ ਫਿਕਾ ਦੇ ਇਤਨੇ ਜ਼ਬਰਦਸਤ ਜਲੀਲੁਲ ਕਦਰ ਇਮਾਮ, ਔਰ ਉਹਨਾਂ ਦੇ ਸ਼ਾਗਿਰਦ ਬੜੇ ਵੱਡੇ ਵੱਡੇ ਇਮਾਮ ਨਾ, ਉਹਨਾਂ ਨੂੰ ਕਹਿੰਦਾ ਕਤੂਰੀ। ਤੁਸੀਂ ਹਿਸਾਬ ਲਾ ਲਓ। ਹਾਂਜੀ ਇਹਨਾਂ ਦੇ ਬਾਰੇ ਅੱਲਾ ਨੇ ਫਰਮਾਇਆ ਸੀ ਨਾ, ਹਦੀਸੇ ਕੁਦਸੀ ਇਹ ਬੁਖਾਰੀ ਦੀ। ਅੱਲਾ ਫਰਮਾਂਦਾ ਹੈ ਮਨ ਆਦ ਅਲੀ ਵਲੀਯਨ ਫਕਦ ਆਜ਼ਨਤੁਹੂ ਬਿਲ ਹਰਬ, ਜਿਹਨੇ ਮੇਰੇ ਕਿਸੇ ਇੱਕ ਵਲੀ ਦਾ ਵੀ ਦਿਲ ਦੁਖਾਇਆ ਤੇ ਦੁਸ਼ਮਣੀ ਕੀਤੀ, ਔਰ ਮੈਂ ਉਹਦੇ ਨਾਲ ਐਲਾਨੇ ਜੰਗ ਕਰਨਾ। ਲੱਗੋ ਅੱਗੇ, ਤੁਹਾਡਾ ਲਿੱਤਰ ਪੋਲਾ ਮੈਂ ਕਰਾਂਗਾ, ਅੱਲਾ ਕਹਿੰਦਾ ਹੈ। ਇਹ ਉਹ ਹੀ ਵਲੀ ਹੈ ਜਿਹਦਾ ਉਹ ਕਹਿੰਦਾ ਮੈਂ ਇਹਦੇ ਹੱਥ ਬਣ ਜਾਣਾ ਜਿਹਦੇ ਨਾਲ ਉਹ ਫੜਦਾ, ਮੈਂ ਤੇ ਇਹਦੀਆਂ ਅੱਖਾਂ ਬਣ ਜਾਣਾ ਜਿਹਦੇ ਨਾਲ ਉਹ ਵਹਿੰਦਾ, ਮੈਂ ਇਹਦੇ ਪੈਰ ਬਣ ਜਾਣਾ ਜਿਹਦੇ ਨਾਲ ਚੱਲਦਾ, ਉਹ ਮੈਂ ਇਹਦੇ ਕੰਨ ਬਣ ਜਾਣਾ ਜਿਹਦੇ ਨਾਲ ਸੁਣਦਾ ਹੈ। ਫਿਰ ਅੱਗੇ ਜਾ ਕੇ ਨਾ, ਅੱਗੇ ਜਾ ਕੇ ਇੱਕ ਅਲਫਾਜ਼ ਨੇ ਹਦੀਸ ਦੇ, ਫਇਨ ਸਅਲਨੀ, ਅਗਰ ਉਹ ਕਦੀ ਭੁੱਲ ਕੇ ਵੀ ਕਦੀ ਮੇਰੇ ਕੋਲ ਕੋਈ ਚੀਜ਼ ਮੰਗ ਲਵੇ ਤੇ ਸਵਾਲ ਕਰ ਲਵੇ, ਅੱਲਾ ਪਤਾ ਕੀ ਕਹਿੰਦਾ, ਲਾਉਤੀਯਨਹੂ, ਮੈਂ ਜ਼ਰੂਰ ਬਰ ਜ਼ਰੂਰ 110% ਉਹਨੂੰ ਦੇਣਾ ਹੀ ਦੇਣਾ ਵਾ। ਲਾਉਤੀਯਨਹੂ, ਲਾਮੇ ਤਕੀਦ ਬ ਨੂਨ ਤਕੀਦ ਸਕੀਲਾ ਹੈ, ਡਬਲ ਤਕੀਦ ਇਹਦੇ ਵਿੱਚ। ਹਾਂ ਤੇ ਇੰਜ ਦੀ ਤਕੀਦ ਦਾ ਸੀਗਾ ਤੇ ਤੁਹਾਨੂੰ ਕਿਸੇ ਸ਼ਾਇਦ ਨਬੀ ਆਸੇ ਵੀ ਨਾ ਮਿਲੇ। ਆਹੋ ਉਹ ਜਿਹੜੇ ਵਲੀ ਆਸੇ ਜਿਹੜੇ ਅਲਫਾਜ਼ ਸਾਨੂੰ ਹਦੀਸੇ ਕੁਦਸੀ ਚ